ਪਹੁੰਚਾਇਆ। ਆਪਣੇ ਭਵਨ ਦੇ ਵਿੱਚ ਖੁਦਾਵੰਦਾ ਤੂੰ ਉਹਨਾਂ ਨੂੰ ਆਉਣ ਦੀ ਆਗਿਆ ਦਿੱਤੀ। ਉਹਨਾਂ ਨੂੰ ਹਰ ਤਰ੍ਹਾਂ ਨਾਲ ਪ੍ਰੋਟੈਕਟ ਕਰਕੇ ਰੱਖਣਾ ਖੁਦਾਵੰਦਾ। ਅੱਜ ਦੀ ਬਾਕੀ ਸਾਰੀ ਕਾਰਵਾਈ ਤੇਰੇ ਹੱਥਾਂ 'ਚ ਦਿੰਦੇ ਆ ਖੁਦਾਵੰਦਾ। ਤੂੰ ਆਪਣੇ ਹਿਸਾਬ ਨਾਲ ਚਲਾ ਖੁਦਾਵੰਦਾ। ਸਾਡੇ ਸਾਡੀ ਗਾਉਣ ਵਾਲੀ ਟੀਮ ਦੇ ਨਾਲ ਹੋ ਖੁਦਾਵੰਦਾ। ਉਹਨਾਂ ਦੇ ਗਲਿਆਂ ਨੂੰ ਮਸਾ ਕਰ ਖੁਦਾਵੰਦਾ। ਮਿਊਜ਼ਿਕ ਵਜਾਉਣ ਵਾਲਿਆਂ ਨੂੰ ਖੁਦਾਵੰਦਾ ਤੂੰ ਤੂੰ ਆਪਣੀ ਸ਼ਿਫਾ ਦੇ, ਆਪਣੀ ਰੂਹ ਦੇ ਖੁਦਾਵੰਦਾ। ਸਾਡੇ ਇੱਕ ਦੇ ਨਾਲ ਹੋ ਖੁਦਾਵੰਦਾ। ਜਦੋਂ ਅੱਜ ਤੇਰਾ ਕਲਾਮ ਜਿਹੜਾ ਸੁਣਾਇਆ ਜਾਵੇ ਖੁਦਾਵੰਦਾ, ਉਹ ਸਾਡੇ ਮਨਾਂ ਦੇ ਵਿੱਚ ਨਕਸ਼ ਹੋ ਜਾਏ ਖੁਦਾਵੰਦਾ, ਔਰ ਅਸੀਂ ਉੱਤੇ ਚੱਲ ਵੀ ਸਕੀਏ ਖੁਦਾਵੰਦਾ। ਸਾਡੀ ਜ਼ਰੂਰਤਾਂ ਤੇ ਬਹੁਤ ਜ਼ਿਆਦਾ ਨੇ, ਔਰ ਸਾਡੇ ਮੰਗਣ ਤੋਂ ਪਹਿਲਾਂ ਹੀ ਤੂੰ ਜਾਣਨਾ ਖੁਦਾਵੰਦਾ। ਆਪਣੇ ਪਾਕ ਔਰ ਪਵਿੱਤਰ ਖਜ਼ਾਨੇ 'ਚੋਂ ਪੂਰੀਆਂ ਕਰ। ਅਸੀਂ ਇਹ ਦੁਆ ਤੇਰੇ ਪਿਆਰੇ ਨਾਂ 'ਚ ਮੰਗਦੇ ਹਾਂ, ਸੁਣ ਔਰ ਕਬੂਲ ਕਰ, ਆਮੀਨ। ਅਸੀਂ ਪਹਿਲਾ ਗੀਤ ਗਾਵਾਂਗੇ, ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ। ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ। ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ। ਮੈਨੂੰ ਯਿਸੂ ਦੇ ਲਹੂ ਨਾਲ ਸਾਫ਼ ਕਰ ਦੇ ਐ ਖੁਦਾ। ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ। ਚਸ਼ਮਾ ਬਣ ਜਾਵਾਂ ਤੇਰਾ, ਉੱਚਾ ਕਰ ਜਾਣਾ ਤੇਰਾ। ਚਸ਼ਮਾ ਬਣ ਜਾਵਾਂ ਤੇਰਾ, ਉੱਚਾ ਕਰ ਜਾਣਾ ਤੇਰਾ। ਚਸ਼ਮਾ ਬਣ ਜਾਵਾਂ ਤੇਰਾ, ਉੱਚਾ ਕਰ ਜਾਣਾ ਤੇਰਾ। ਮੈਨੂੰ ਆਪਣੇ ਕਲਾਮ ਦੇ ਨਾਲ ਭਰ ਦੇ ਐ ਖੁਦਾ। ਮੈਨੂੰ ਆਪਣੇ ਕਲਾਮ ਦੇ ਨਾਲ ਭਰ ਦੇ ਐ ਖੁਦਾ। ਮੈਨੂੰ ਯਿਸੂ ਦੇ ਲਹੂ ਨਾਲ ਸਾਫ਼ ਕਰ ਦੇ ਐ ਖੁਦਾ। ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ। ਕਰਦਾ ਹਾਂ ਇਕਰਾਰ ਤੇਰਾ, ਚਾਹੁੰਦਾ ਹਾਂ ਦੀਦਾਰ ਤੇਰਾ। ਕਰਦਾ ਹਾਂ ਇਕਰਾਰ ਤੇਰਾ, ਚਾਹੁੰਦਾ ਹਾਂ ਦੀਦਾਰ ਤੇਰਾ। ਕਰਦਾ ਹਾਂ ਇਕਰਾਰ ਤੇਰਾ, ਚਾਹੁੰਦਾ
ਯੇਸੂ ਮੈਨੂੰ ਕਾਮਿਲ ਕਰ ਦੇ ਆਪਣੀ ਰੂਹ ਦੇ ਫਲ ਨਾਲ ਭਰ ਦੇ ਯੇਸੂ ਮੈਨੂੰ ਕਾਮਿਲ ਕਰ ਦੇ ਆਪਣੀ ਰੂਹ ਦੇ ਫਲ ਨਾਲ ਭਰ ਦੇ ਯੇਸੂ ਮੈਨੂੰ ਕਾਮਿਲ ਕਰ ਦੇ ਆਪਣੀ ਰੂਹ ਦੇ ਫਲ ਨਾਲ ਭਰ ਦੇ ਮੈਨੂੰ ਆਪਣੀ ਮੁਹੱਬਤ ਨਾਲ ਭਰ ਦੇ ਐ ਖੁਦਾ ਮੈਨੂੰ ਆਪਣੀ ਮੁਹੱਬਤ ਨਾਲ ਭਰ ਦੇ ਐ ਖੁਦਾ ਮੈਨੂੰ ਯਿਸੂ ਦੇ ਲਹੂ ਨਾਲ ਸਾਫ਼ ਕਰ ਦੇ ਐ ਖੁਦਾ ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਐ ਖੁਦਾ ਤੋ ਭਰ ਦੇ ਐ ਖੁਦਾ ਤੋ ਭਰ ਦੇ ਐ ਖੁਦਾ ਤੋ ਭਰ ਦੇ ਐ ਖੁਦਾ ਹਾਲੇਲੂਇਆ ਜੈ ਮਸੀਹ ਦੀ ਸਾਰਿਆਂ ਨੂੰ ਬੋਲੇ ਨਹੀਂ ਜੈ ਮਸੀਹ ਦੀ ਸਾਰਿਆਂ ਨੂੰ ਪ੍ਰਭੂ ਦਾ ਧੰਨਵਾਦ ਆ ਜੋ ਵੀ ਆਪਾਂ ਅੱਜ ਪ੍ਰਭੂ ਦੇ ਘਰ 'ਚ ਇਕੱਠੇ ਹੋਏ ਆ ਸੋ ਪ੍ਰਭੂ ਦੀ ਮਹਿਮਾ ਹੋਵੇ ਵਡਿਆਈ ਹੋਵੇ ਜਿਹੜੇ ਭੈਣ ਭਰਾ ਜ਼ੂਮ ਤੇ ਦੇਖਦੇ ਆ ਉਹਨਾਂ ਨੂੰ ਵੀ ਜੈ ਮਸੀਹ ਦੀ ਸੋ ਅੱਜ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਜੌਨ 3:16 ਯਹੂਨਾ 3 ਦਾ ਆਪਾਂ 16ਵਾਂ ਵਰਸ ਪੜਾਂਗੇ ਸਾਰਿਆਂ ਨੂੰ ਆਈ ਥਿੰਕ ਯਾਦ ਵੀ ਹੋਣਾ ਹੈ ਆਪਣਾ ਸਾਨੂੰ ਮੋਸਟ ਇੰਪੋਰਟੈਂਟ ਵਰਸ ਹੈਗਾ ਬਾਈਬਲ ਦੇ ਵਿੱਚ ਕਿਉਂਕਿ ਪਰਮੇਸ਼ਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਤਾਂ ਜੋ ਸਾਰੇ ਜਿਹੜੇ ਉਸ ਉੱਤੇ ਵਿਸ਼ਵਾਸ ਕਰਨ ਨਾਸ਼ ਨਾ ਹੋਣ ਸਗੋਂ ਅਨੰਤ ਜੀਵਨ ਪ੍ਰਾਪਤ ਕਰਨ ਪ੍ਰਭੂ ਦਾ ਧੰਨਵਾਦ ਆ ਪ੍ਰਭੂ ਸਾਡੇ ਪਿਤਾ ਪਰਮੇਸ਼ਰ ਦਾ ਜਿਨ੍ਹਾਂ ਨੇ ਸਾਡੇ ਤੇ ਇੰਨਾ ਰਹਿਮ ਕੀਤਾ ਸੀ ਇਸ ਦੇ ਕਾਬਲ ਨਹੀਂ ਸੀਗੇ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਇਸ ਦੁਨੀਆ ਤੇ ਭੇਜਿਆ ਜੋ ਕਿ ਬਿਲਕੁਲ ਬੇਗੁਨਾਹ ਸੀਗਾ ਉਹਨੇ ਸਾਡੇ ਜਿਹੜੇ ਪਾਪ ਸੀਗੇ ਆਪਣੇ ਉੱਪਰ ਲੈ ਲਏ ਤੇ ਇਹੀ ਨਹੀਂ ਕਿ ਉਹਨਾਂ ਨੇ ਆਪਣੇ ਪਾਪ ਉੱਪਰ ਲੈ ਕੇ ਉਸ ਕਰੂਸ ਤੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਫਿਰ ਵੀ ਇਕੱਲਿਆਂ ਨਹੀਂ ਛੱਡਿਆ ਵਚਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਕਦੇ ਇਕੱਲਿਆਂ ਨਹੀਂ ਛੱਡਾਂਗਾ ਮੈਂ ਤੈਨੂੰ ਆਪਣਾ ਦੂਜਾ ਮਦਦਗਾਰ ਦੇਵਾਂਗਾ ਜਿਹੜਾ ਕਿ ਪਵਿੱਤਰ ਆਤਮਾ ਜਿਹੜਾ ਕਿ ਸਾਡੇ ਅੰਦਰ ਵਸਦਾ ਹੈ ਸਾਡਾ ਪ੍ਰਭੂ ਦਾ ਮੰਦਿਰ ਸਾਡੇ ਅੰਦਰ ਆ ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਜੋ ਸਾਨੂੰ ਉਹਨਾਂ ਨੇ ਇਟਰਨਲ ਲਾਈਫ ਦਿੱਤੀ ਹੈ ਆਪਣੇ ਬੇਟੇ ਨੂੰ ਕੁਰਬਾਨ ਕਰਕੇ ਸੋ ਪ੍ਰਭੂ ਯਿਸੂ ਦਾ ਧੰਨਵਾਦ ਹੋਵੇ ਸੋ ਆਪਾਂ ਦੁਆ ਕਰਾਂਗੇ ਤੇ ਫਿਰ ਦੁਬਾਰਾ ਵਰਸ਼ਿਪ ਚ ਆਵਾਂਗੇ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਕਰਦੇ ਹਾਂ ਤੁਹਾਡੀ ਵਡਿਆਈ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਬੇਟੇ ਦੇ ਕੁਰਬਾਨੀ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਲਈ ਪ੍ਰਭੂ ਜੀ ਇਸ ਦੁਨੀਆ ਤੇ ਭੇਜਿਆ ਪ੍ਰਭੂ ਜੀ ਉਹਨਾਂ ਨੇ ਜਿੱਦਾਂ ਮੈਂ ਆਪਣੇ ਲਈ ਕਹਿੰਦੀ ਹਾਂ ਕਿ ਪ੍ਰਭੂ ਜੀ ਜਦੋਂ ਮੈਂ ਗਵਾਚ ਗਈ ਸੀ ਪ੍ਰਭੂ ਜੀ ਉਹ 99 ਨੂੰ ਛੱਡ ਕੇ ਪ੍ਰਭੂ ਜੀ ਮੈਨੂੰ ਇੱਕ ਭੇਡ ਨੂੰ ਲੱਭਣ ਲਈ ਇਸ ਧਰਤੀ ਤੇ ਆਏ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਕਰਦੇ ਹਾਂ ਤੁਹਾਡੀ ਵਡਿਆਈ ਕਰਦੇ ਹਾਂ ਪ੍ਰਭੂ ਯਿਸੂ ਜੀ ਤੁਹਾਡੇ ਲਹੂ ਦੀ ਜੈ ਹੋਵੇ ਪ੍ਰਭੂ ਜੀ ਤੁਹਾਡਾ ਲਹੂ ਜੋ ਪਵਿੱਤਰ ਹੈ ਪ੍ਰਭੂ ਜੀ ਜਿਹਦੇ ਵਿੱਚ ਪ੍ਰਭੂ ਜੀ ਜ਼ਿੰਦਗੀ ਹੈ ਜਿਹਦੇ ਵਿੱਚ ਛੁਟਕਾਰਾ ਹੈ ਜਿਹਦੇ ਵਿੱਚ ਸਾਡੇ ਪਾਪਾਂ ਦਾ ਛੁਟਕਾਰਾ ਜਿਹਦੇ ਵਿੱਚ ਹਮੇਸ਼ਾ ਦੀ ਲਾਈਫ ਹੈ ਪ੍ਰਭੂ ਜੀ ਜਿਹਦੇ ਵਿੱਚ ਪ੍ਰਭੂ ਜੀ ਰੋਗਾਂ ਦੀ ਚੰਗਿਆਈ ਹੈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ ਤੁਸੀਂ ਸਾਡੇ ਲਈ ਇਸ ਧਰਤੀ ਤੇ ਆਏ ਪ੍ਰਭੂ ਜੀ ਹੁਣ ਅਸੀਂ ਜਿੰਨੇ ਭੈਣ ਭਰਾ ਆਏ ਨੇ ਉਹਨਾਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਹਰ ਇੱਕ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਵਲੰਟੀਅਰ ਕਰ ਰਹੇ ਨੇ ਉਹਨਾਂ ਲਈ ਵੀ ਤੁਹਾਡੀ ਖਾਸ ਤੌਰ ਤੇ ਆਸ਼ੀਸ਼ ਬਖਸ਼ਿਸ਼ ਮੰਗ ਲੈਂਦੇ ਹਾਂ ਪਿਤਾ ਪਰਮੇਸ਼ਰ ਸਾਡੀ ਸਾਰੀ ਵਰਸ਼ਿਪ ਟੀਮ ਨੂੰ ਬਲੈਸ ਕਰ ਪ੍ਰਭੂ ਜੀ ਸਾਡੇ ਮੂੰਹਾਂ ਨੂੰ ਛੂਹੋ ਪ੍ਰਭੂ ਜੀ ਤਾਂ ਕਿ ਅਸੀਂ ਜੋ ਵੀ ਵਰਸ਼ਿਪ ਕਰੀਏ ਪ੍ਰਭੂ ਜੀ ਤੁਹਾਡਾ ਨਾਮ ਉੱਚਾ ਹੋਵੇ ਸੋ ਅਸੀਂ ਆਪਣੇ ਪਾਸਟਰ ਲਈ ਵੀ ਇਹ ਦੁਆ ਕਰਦੇ ਹਾਂ ਪ੍ਰਭੂ ਜੀ ਜਦੋਂ ਉਹ ਵਚਨ ਲੈ ਕੇ ਆਉਣ ਪ੍ਰਭੂ ਜੀ ਸਾਡੇ ਸਾਰਿਆਂ ਦੇ ਮਨਾਂ ਨਾਲ ਗੱਲ ਕਰਨੀ ਸਾਡੀਆਂ ਸਾਰਿਆਂ ਦੇ ਆਤਮਿਕ ਕੰਨਾਂ ਨੂੰ ਖੋਲਣਾ ਪ੍ਰਭੂ ਜੀ ਅਸੀਂ ਕੋਈ ਵੀ ਸੋਈਏ ਜਦੋਂ ਪਾਸਟਰ ਜੀ ਆਪਣਾ ਪ੍ਰਭੂ ਜੀ ਤੁਹਾਡਾ ਵਚਨ ਲੈ ਕੇ ਆਉਣ ਸਾਡੀ ਆਨਲਾਈਨ ਜੋ ਵੀ ਭੈਣ ਭਰਾ ਦੇਖਦੇ ਰਹੇ ਉਹਨਾਂ ਲਈ ਵੀ ਪ੍ਰਭੂ ਜੀ ਤੁਹਾਡੀ ਖਾਸ ਬਰਕਤ ਮੰਗ ਲੈਂਦੇ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਜੋ ਵੀ ਰਹਿੰਦੀ ਸਰਵਿਸ ਆ ਤੁਹਾਡੇ ਹੱਥਾਂ 'ਚ ਦਿੰਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ 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 ਹੈਲੋ
अगला गीत आओ शुक्र खुदा दा करिए, क्योंकि खुदा ने सानू अज तक जिंदा रखा। इस महामारी के मौसम में भी वो साडे नाल है, सानू हर तरीके नाल बचा के रखता और साडा फर्ज बनता कि असीं हर गल वास्ते उसदा शुक्रिया अदा करिए। आओ शुक्र खुदा दा करिए, आओ शुक्र खुदा दा करिए, ए हो रब दी मर्जी है, ए हो रब दी मर्जी है, ओदे नाम नू ऊंचा करिए, ओदे नाम नू ऊंचा करिए, ए हो रब दी मर्जी है, ए हो रब दी मर्जी है। दुखियां दे दुखां दा जाना, सब तो वादा रखदा है, बेआसां दी आस मसीहा सारे जग दा आका है, ओदे नाम दा चर्चा करिए, ओदे नाम दा चर्चा करिए, ए हो रब दी मर्जी है, ए हो रब दी मर्जी है। आओ शुक्र खुदा दा करिए, आओ शुक्र खुदा दा करिए, ए हो रब दी मर्जी है, ए हो रब दी मर्जी है। साडा रब बटाला विचों सानू कढ लिआया है, पापां विचों कढ के सानू अपने नाल बिठाया है, ओदे प्यार दा चर्चा करिए, ओदे प्यार दा चर्चा करिए, ए हो
खुदा करिए एहो रब दी मर्जी एहो रब दी मर्जी आओ शुक्र खुदा दा करिए आओ शुक्र खुदा दा करिए एहो रब दी मर्जी एहो रब दी मर्जी ओदे नाम नू चा करिए ओदे नाम नू चा करिए एहो रब दी मर्जी एहो रब दी मर्जी एहो रब दी मर्जी आओ शुक्र खुदा दा करिए एहो रब दी मर्जी है ओदे नाम नू उच्चा करिए एहो रब दी मर्जी है God is good all the time God is good ਪ੍ਰਭੂ ਦਾ ਧੰਨਵਾਦ ਕਰਦੇ ਹਾਂ ਉਹਦੀ ਮਹਿਮਾ ਕਰਦੇ ਹਾਂ ਉਹਦੀ ਵਡਿਆਈ ਕਰਦੇ ਹਾਂ ਕਿ ਉਹ ਚੁੱਕ ਕੇ ਸਾਰਿਆਂ ਨੂੰ ਆਪਣੀ ਹਜ਼ੂਰੀ ਚ ਲੈ ਕੇ ਆਇਆ ਆਪਣੇ ਭਵਨ ਦੇ ਵਿੱਚ ਲੈ ਕੇ ਆਇਆ ਉਸਨੇ ਜਿਹੜੀਆਂ ਜ਼ੂਮ ਦੇ ਉੱਤੇ ਦੂਰੀਆਂ ਸੀ ਉਹਨਾਂ ਨੂੰ ਖਤਮ ਕੀਤਾ ਪ੍ਰਭੂ ਦਾ ਧੰਨਵਾਦ ਕਰਦੇ ਜਿੰਨੇ ਪ੍ਰਭੂ ਦੇ ਬੱਚੇ ਇਸ ਵੇਲੇ ਇਨਕੰਪਸ ਦੇ ਵਿੱਚ ਇਕੱਠੇ ਹੋਏ ਆ ਰੂਬਰੂ ਇੱਕ ਦੂਸਰੇ ਨੂੰ ਦੇਖ ਰਹੇ ਆ ਉਹਨਾਂ ਸਭ ਦੇ ਲਈ ਪ੍ਰਭੂ ਦਾ ਵੀ ਧੰਨਵਾਦ ਕਰਦੇ ਆ ਔਰ ਆਪ ਸਭ ਦਾ ਪ੍ਰਭੂ ਦੇ ਲਈ ਧੰਨਵਾਦ ਕਰਦੇ ਆ ਆਪਣੇ ਹੱਥ ਉੱਪਰ ਚੁੱਕ ਕੇ ਤਾੜੀ ਵਜਾ ਕੇ ਪ੍ਰਭੂ ਦਾ ਧੰਨਵਾਦ ਕਰੋ ਕਿ ਤੁਸੀਂ ਉਹਦੀ ਸੰਗਤ ਦੇ ਵਿੱਚ ਇੱਕ ਦੂਸਰੇ ਦੀ ਸੰਗਤ ਦੇ ਵਿੱਚ ਪਵਿੱਤਰ ਆਤਮਾ ਦੀ ਸੰਗਤ ਦੇ ਵਿੱਚ ਇਸ ਵੇਲੇ ਇਕੱਠੇ ਹੋਏ ਹੋ ਪ੍ਰਭੂ ਦਾ ਧੰਨਵਾਦ ਕਰਦੇ ਆ ਅੱਜ ਜਦੋਂ ਮੈਂ ਭਜਨ ਦੇਖ ਰਹੀ ਸੀਗੀ ਕਿਆਲੀ ਜੋ ਮੇਰੇ ਸਾਰੇ ਭੈਣ ਭਰਾਵਾਂ ਨੇ ਗਾਇਆ ਕਿ ਉਹਦੇ ਨਾਮ ਨੂੰ ਉੱਚਾ ਕਰੀਏ ਸੱਚਮੁੱਚ ਜਿਸ ਪਰਮੇਸ਼ਵਰ ਨੇ ਸਵਰਗ ਤੇ ਧਰਤੀ ਸਮੁੰਦਰ ਅਤੇ ਜੋ ਸਭ ਕੁਝ ਉਸ ਦੇ ਵਿੱਚ ਉਹਨੇ ਰਚਿਆ ਉਹਨੇ ਇਸ ਲਈ ਰਚਿਆ ਕਿ ਉਹ ਰਚਨਹਾਰੇ ਪਰਮੇਸ਼ਵਰ ਨੂੰ ਜਾਣ ਲੈਣ ਪ੍ਰਭੂ ਸਾਡਾ ਮਹਾਨ ਹੈ ਉਹ ਮਹਾਬਲੀ ਹੈ ਉਸ ਦੀ ਸਮਝ ਦਾ ਕੋਈ ਲੇਖਾ ਨਹੀਂ ਉਹ ਦੀਨਾਂ ਨੂੰ ਉੱਚਾ ਚੁੱਕਦਾ ਹੈ ਉਹ ਦੱਬਿਆਂ ਹੋਇਆਂ ਦਾ ਨਿਆਂ ਕਰਦਾ ਹੈ ਉਹ ਭੁੱਖਿਆਂ ਨੂੰ ਭੋਜਨ ਦਿੰਦਾ ਹੈ ਉਹ ਬੰਦੀਆਂ ਨੂੰ ਮੁਕਤ ਕਰਦਾ ਹੈ ਉਹ ਅੰਨ੍ਹਿਆਂ ਨੂੰ ਅੱਖਾਂ ਦਿੰਦਾ ਹੈ ਉਹ ਡਿੱਗਿਆਂ ਨੂੰ ਤਾਂ ਚੁੱਕਦਾ ਹੈ ਉਹ ਪਰਦੇਸੀਆਂ ਦਾ ਧਿਆਨ ਰੱਖਦਾ ਹੈ ਉਹ ਪੀੜ੍ਹੀਓਂ ਪੀੜ੍ਹੀ ਸਾਡੇ ਉੱਤੇ ਰਾਜ ਕਰਦਾ ਹੈ ਪੀੜ੍ਹੀਓਂ ਪੀੜ੍ਹੀ ਸਾਡਾ ਰਾਜਾ ਸਾਡੇ ਤੇ ਰਾਜ ਕਰਦਾ ਹੈ ਪ੍ਰਭੂ ਦਾ ਜਿੰਨਾ ਅਸੀਂ ਧੰਨਵਾਦ ਕਰੀਏ ਉਨਾ ਹੀ ਥੋੜਾ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੋਹਣੇ ਦਿਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਉਸ ਦੀ ਪਿਆਰੀ ਸੰਗਤ ਦੇ ਲਈ ਧੰਨਵਾਦ ਕਰਦੇ ਉਹਦੇ ਪਵਿੱਤਰ ਆਤਮਾ ਦੇ ਲਈ ਉਹਦੀ ਹਜ਼ੂਰੀ ਦੇ ਲਈ ਜੋ ਇਸ ਵੇਲੇ ਸਾਡੇ ਵਿਚਕਾਰ ਆ ਇਸ ਵੇਲੇ ਅਸੀਂ ਆਪਣੇ ਸਾਰੇ ਭੈਣਾਂ ਭਰਾਵਾਂ ਦੇ ਲਈ ਜਿੰਨੇ ਪ੍ਰਭੂ ਦੀ ਹਜ਼ੂਰੀ ਚ ਆਏ ਆ ਸਭ ਤੋਂ ਪਹਿਲਾਂ ਅਸੀਂ ਆਪਣੀ ਡੇਜ਼ੀ ਭਾਬੀ ਦੇ ਲਈ ਦੁਆ ਕਰਦੇ ਹਾਂ ਪ੍ਰਭੂ ਦਾ ਕੰਫਰਟ ਉਹਨਾਂ ਦੇ ਲਈ ਤੇ ਉਹਨਾਂ ਦੇ ਪਰਿਵਾਰ ਲਈ ਮੰਗ ਲੈਂਦੇ ਇਸ ਵੱਡੇ ਲਾਸ ਦੇ ਵਿੱਚ ਪ੍ਰਭੂ ਜੀ ਅਸੀਂ ਦੁਆ ਕਰਦੇ ਹਾਂ ਕਿ ਸਾਡੀ ਭਾਬੀ ਨੂੰ ਤੁਸੀਂ ਆਪਣਾ ਕੰਫਰਟ ਦਿਓ ਇਹਨਾਂ ਦੇ ਪਰਿਵਾਰ ਨੂੰ ਆਪਣਾ ਕੰਫਰਟ ਦਿਓ ਪਰ ਪ੍ਰਭੂ ਜੀ ਅਸੀਂ ਹੋਰ ਵੀ ਜਿਹੜੇ ਸਾਡੇ ਚਰਚ ਦੇ ਭੈਣ ਭਰਾ ਕਿਸੇ ਵੀ ਵਜ੍ਹਾ ਕਰਕੇ ਬਿਮਾਰ ਆ ਪਰੇਸ਼ਾਨ ਆ ਪ੍ਰਭੂ ਜੀ ਹਰ ਇੱਕ ਨੂੰ ਤੇਰੇ ਚਰਨਾਂ 'ਚ ਲੈ ਕੇ ਆਉਂਦੇ ਆ ਪ੍ਰਭੂ ਜੀ ਤੂੰ ਆਪਣੇ ਇੱਕ ਬੱਚੇ ਦੇ ਸਿਰ ਤੇ ਹੱਥ ਰੱਖ ਪ੍ਰਭੂ ਜੀ ਪ੍ਰਭੂ ਜੀ ਅਸੀਂ ਇਸ ਵੇਲੇ ਆਪਣੀ ਵਰਸ਼ਿਪ ਟੀਮ ਦੇ ਲਈ ਤੇਰੀ ਖਾਸ ਆਸ਼ੀਸ਼ ਤੇ ਬਰਕਤ ਮੰਗ ਲੈਂਦੇ ਆ ਪ੍ਰਭੂ ਜੀ ਮਜੀਸ਼ੀਅਨ ਦੇ ਲਈ ਪ੍ਰਭੂ ਜੀ ਤੇਰੀ ਖਾਸ ਆਸ਼ੀਸ਼ ਤੇ ਬਰਕਤ ਮੰਗਦੇ ਆ ਆਪਣੇ ਭਰਾ ਬਾਬ ਦੇ ਲਈ ਪ੍ਰਭੂ ਜਿਸ ਨੂੰ ਤੂੰ ਇੰਨਾ ਵੱਡਾ ਟੈਲੈਂਟ ਦਿੱਤਾ ਪ੍ਰਭੂ ਜੀ ਸਾਰੀ ਇਸ ਜ਼ੂਮ ਦੇ ਲਈ ਰਾਈ ਮੀਡੀਆ ਦੇ ਲਈ ਪ੍ਰਭੂ ਜੀ ਸਾਡੀ ਬੱਚਿਆਂ ਦੀ ਮਿਨਿਸਟਰੀ ਦੇ ਲਈ ਯੂਥ ਮਿਨਿਸਟਰੀ ਦੇ ਲਈ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆ ਖੁਦਾਵੰਦ ਇਸ ਵੇਲੇ ਅਸੀਂ ਤੇਰਾ ਸ਼ੁਕਰ ਕਰਦੇ ਆ ਪ੍ਰਭੂ ਜੀ ਅਸੀਂ ਤੇਰੀ ਆਸ਼ੀਸ਼ ਤੇ ਬਰਕਤ ਆਪਣੇ ਪਾਸਟਰ ਦੇ ਲਈ ਮੰਗਦੇ ਆ ਪ੍ਰਭੂ ਜਦੋਂ ਤੇਰਾ ਦਾਸ ਆਪਣਾ ਮੂੰਹ ਖੋਲੇ ਤਾਂ
ਖੁਦਾਵੰਦ ਉਸ ਦੇ ਵਿੱਚੋਂ ਜੋ ਬਚਨ ਨਿਕਲੇ ਅੱਗ ਦੇ ਨਾਲ ਤਾਇਆ ਹੋਇਆ, ਪ੍ਰਭੂ ਉਹ ਸਾਡੇ ਦਿਲਾਂ ਤੇ ਲਿਖਿਆ ਜਾਵੇ। ਪ੍ਰਭੂ ਜੀ ਅਸੀਂ ਸਿਰਫ ਸੁਣਨ ਵਾਲੇ ਨਹੀਂ, ਉੱਤੇ ਚੱਲਣ ਵਾਲੇ ਬਣ ਜਾਈਏ। ਸਾਡੀ ਸੰਤਾਨ ਪੀੜ੍ਹੀਓ ਪੀੜ੍ਹੀ ਪ੍ਰਭੂ ਜੀ ਤੇਰੇ ਨਾਮ ਨੂੰ ਉੱਚਾ ਕਰੇ, ਤੇਰੀ ਸੇਵਾ ਕਰੇ। ਪਰ ਪਿਤਾ ਪਰਮੇਸ਼ਰ ਅੱਜ ਦੀ ਸਰਵਿਸ ਦੇ ਰਾਹੀਂ ਪ੍ਰਭੂ ਜੀ ਇਸ ਚਰਚ ਨੂੰ, ਜ਼ੂਮ ਦੇ ਸਾਰੇ ਜਿਹੜੀ ਆਡੀਅנס ਆ ਉਹਨਾਂ ਨੂੰ, ਪ੍ਰਭੂ ਜੀ ਫੇਸਬੁੱਕ ਤੇ ਜਿੰਨੇ ਵੀ ਲੋਕ ਪ੍ਰਭੂ ਤੇਰੇ ਵਚਨ ਨੂੰ ਸੁਣਨ, ਇੱਕ ਇੱਕ ਨੂੰ ਤੇਰੀ ਬਰਕਤ, ਤੇਰੀ ਮੁਕਤੀ, ਤੇਰੀ ਸ਼ਾਂਤੀ, ਔਰ ਸਭ ਤੋਂ ਵੱਧ ਕੇ ਪ੍ਰਭੂ ਜੀ ਜੋ ਤੂੰ ਕਿਹਾ ਕਿ ਤੇਰੇ ਪਿਆਰ ਦਾ ਚਰਚਾ ਸਾਰੀ ਦੁਨੀਆ 'ਚ ਹੋਵੇ, ਔਰ ਪ੍ਰਭੂ ਸਾਰੇ ਧਰਤੀ ਵਾਸੀ ਤੈਨੂੰ ਜਾਣ ਲੈਣ, ਔਰ ਸਾਰੇ ਕੌਮਾਂ ਤੇਰੀ ਮੁਕਤੀ ਪ੍ਰਾਪਤ ਕਰ ਲੈਣ। ਅਸੀਂ ਸਭ ਕੁਝ ਯਿਸੂ ਦੇ ਨਾਮ 'ਚ ਮੰਗਦੇ ਹਾਂ। ਸਾਰੀ ਸੰਗਤ ਆਪਣਾ ਹੱਥ ਚੁੱਕ ਕੇ ਉੱਪਰ ਕਵੇ ਆਮੀਨ, ਆਮੀਨ। ਔਰ ਇਸ ਦੇ ਨਾਲ ਹੀ ਅਸੀਂ ਜੋ ਸਾਡੇ ਪਰਮੇਸ਼ਵਰ ਨੇ ਸਾਨੂੰ ਪ੍ਰੇਅਰ ਸਿਖਾਈ ਆ, ਆਓ ਅਸੀਂ ਸਾਰੇ ਇਕੱਠੇ ਹੋ ਕੇ ਉਸ ਪ੍ਰੇਅਰ ਨੂੰ ਕਰਾਂਗੇ। ਸਾਰੇ ਜਾਣੇ ਆਓ ਮੇਰੇ ਨਾਲ ਅਸੀਂ ਪ੍ਰੇਅਰ ਕਰੀਏ। ਆਪਣੇ ਹੱਥਾਂ ਨੂੰ ਉੱਪਰ ਚੁੱਕ ਕੇ ਅਸੀਂ ਅਰਦਾਸ ਕਰਾਂਗੇ। ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਤੇ ਪੂਰੀ ਹੋਵੇ। ਸਾਡੀ ਅੱਜ ਦੀ ਰੋਟੀ ਸਾਨੂੰ ਦੇ, ਸਾਡੀਆਂ ਗਲਤੀਆਂ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੀ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕੀਤਾ ਹੈ। ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ, ਸਗੋਂ ਬੁਰੇ ਤੋਂ ਬਚਾ, ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹਨ। ਆਮੀਨ, ਆਮੀਨ, ਆਮੀਨ। ਔਰ ਜਿਸ ਪ੍ਰਭੂ ਦੀ ਸਾਰਾ ਰਾਜ, ਸਾਰੀ ਸ਼ਕਤੀ, ਸਾਰੀ ਮਹਿਮਾ, ਆਓ ਅਸੀਂ ਉਹਦਾ ਨਾਮ ਜਪੀਏ। ਨਾਮ ਜਪਾ ਮੈਂ ਤੇਰਾ। ਆਓ ਅਸੀਂ ਸਾਰੇ ਮਿਲ ਕੇ ਆਰਾਧਨਾ ਕਰੀਏ। ਥੈਂਕ ਯੂ ਲਾਰਡ ਜੀਸਸ। ਇਹ ਸੌਂਗ ਅਸੀਂ ਬਹਿ ਕੇ ਨਹੀਂ ਗਾ ਸਕਦੇ, ਖੜੇ ਹੋ ਕੇ ਗਾਉਂਦੇ ਸਾਰੇ, ਤਾੜੀ ਮਾਰ ਕੇ। नाम जपा मैं तेरा, नाम जपा मैं तेरा, यीशु तेरी हमद सुनावा, तेरी हमद सुनावा।
ਜਿਹੜਾ ਰੱਬ ਦੇ ਨਾਲ ਸਿਆਤ ਲੋ ਇਹੋ ਕਲਮਾ ਹੈ ਖੁਦਾ ਮੈਂ ਲੋਕਾਂ ਨੂੰ ਬਦਲਾਵਾਂ ਇਹੋ ਕਲਮਾ ਹੈ ਖੁਦਾ ਮੈਂ ਲੋਕਾਂ ਨੂੰ ਬਦਲਾਵਾਂ ਲੋਕਾਂ ਨੂੰ ਬਦਲਾਵਾਂ ਨਾਮ ਜਪਾਂ ਮੈਂ ਤੇਰਾ ਨਾਮ ਜਪਾਂ ਮੈਂ ਤੇਰਾ ਯਿਸੂ ਤੇਰੀ ਹਮਦ ਸੁਣਾਵਾਂ ਤੇਰੀ ਹਮਦ ਸੁਣਾਵਾਂ ਯਿਸੂ ਹੈ ਜੋ ਪਾਲਮ ਮੇਰਾ ਉਹ ਹਾਵੀ ਉਹ ਆਪੇ ਯਿਸੂ ਹੈ ਜੋ ਪਾਲਮ ਮੇਰਾ ਉਹ ਹਾਵੀ ਉਹ ਆਪੇ ਭੇਡ ਵਾਂਗੂ ਮੈਂ ਵੀ ਉਹਦੇ ਪਿੱਛੇ ਪਿੱਛੇ ਜਾਵਾਂ ਭੇਡ ਵਾਂਗੂ ਮੈਂ ਵੀ ਉਹਦੇ ਪਿੱਛੇ ਪਿੱਛੇ ਜਾਵਾਂ ਪਿੱਛੇ ਪਿੱਛੇ ਜਾਵਾਂ ਨਾਮ ਜਪਾਂ ਮੈਂ ਤੇਰਾ ਨਾਮ ਜਪਾਂ ਮੈਂ ਤੇਰਾ ਯਿਸੂ ਤੇਰੀ ਹਮਦ ਸੁਣਾਵਾਂ ਤੇਰੀ ਹਮਦ ਸੁਣਾਵਾਂ ਯਿਸੂ ਮੇਰਾ ਮੁਕਤੀ ਦਾਤਾ ਇਹੋ ਕਹਿੰਦਾ ਜਾਵਾਂ ਯਿਸੂ ਮੇਰਾ ਮੁਕਤੀ ਦਾਤਾ ਇਹੋ ਕਹਿੰਦਾ ਜਾਵਾਂ ਇਹੋ ਕਹਿੰਦਾ ਜਾਵਾਂ ਨਾਮ ਜਪਾਂ ਮੈਂ ਤੇਰਾ ਨਾਮ ਜਪਾਂ ਮੈਂ ਤੇਰਾ ਯਿਸੂ ਤੇਰੀ ਹਮਦ ਸੁਣਾਵਾਂ ਤੇਰੀ ਹਮਦ ਸੁਣਾਵਾਂ ਸਾਡਾ ਅਗਲਾ ਗੀਤ ਮਿੱਠਾ ਨਾਮ ਯਹੋਵਾ ਦਾ ਮੇਰੇ ਮਨ ਵਿੱਚ ਵਸ ਜਾਵੇ ਯਿਸੂ ਰਾਜਾ ਦੇ ਖਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ ਯਿਸੂ ਰਾਜਾ ਦੇ ਖਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ ਯਿਸੂ
मैनू विच आसमानां दे यीशु राजा ही नजर आवे मिठा नाम यहोवा दा मेरे दिल विच वस जावे ਮੈਨੂੰ रखी तू यहोवा साम के कदी छल ना कपट आवे मैनू रखी तू यहोवा साम के कदी छल ना कपट आवे सोटी लाठी वाली ताड़ ना रखी मैनू कदी ना घमंड आवे सोटी लाठी वाली ताड़ ना रखी मैनू कदी ना घमंड आवे जिंदगी च यहोवा दी वड्डी सारियां तो थां होवे जिंदगी च यहोवा दी वड्डी सारियां तो थां होवे मिठा नाम यहोवा दा मेरे दिल विच वस जावे यीशु राजा दे खजानियां चों मैनू बरकत मिल जावे मिठा नाम यहोवा दा मेरे दिल विच वस जावे यीशु राजा दे खजानियां चों मैनू बरकत मिल जावे मिठा नाम यहोवा दा मेरे दिल विच वस जावे यीशु राजा दे खजानियां चों मैनू बरकत मिल जावे ਹਾਲੇਲੂਇਆ ਖੁਦਾਵੰਦ ਦਾ ਸ਼ੁਕਰ ਅੱਜ ਦੇ ਦਿਨ ਲਈ ਉਹਦਾ ਦਿਨ ਔਰ ਯਿਸੂ ਨਾਲ ਹੀ ਜਿਹੜਾ ਮਿੱਠਾ ਨਾ we can take something about his name, the name Jesus, sweeter than honey. So welcome again to Calgary Punjabi Christian Church. We are glad that today we can gather together in person at the facility and also virtual via Zoom. So ਸਾਰਿਆਂ ਦਾ ਬਹੁਤ ਨਿੱਘਾ ਨਿੱਘਾ ਸਵਾਗਤ ਇੱਕ ਵਾਰ ਫੇਰ ਤੋਂ ਔਰ ਖੁਦਾਵੰਦ ਦਾ ਸ਼ੁਕਰ ਕਰਦੇ ਹਾਂ ਕਿ ਉਹਨੇ ਸਾਨੂੰ ਫੇਰ ਤੋਂ ਅੱਜ ਇਸ ਇਬਾਦਤ ਵਿੱਚ ਇਕੱਠਿਆਂ ਕੀਤਾ। ਕੁਝ ਨੋਟਿਸਿਸ ਹੈਗੇ ਜਿਹੜੇ ਮੈਂ ਸਕਰੀਨ ਤੇ ਵੀ ਤੁਹਾਡੇ ਸਾਹਮਣੇ ਆਣਗੇ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਔਰ ਸ਼ੁਕਰ ਕਰਦੇ ਹੋਏ ਕਿ ਅਸੀਂ ਆਪਣੀ ਇਬਾਦਤ ਨੂੰ ਐਨਕੰਪਸ ਫੈਸਿਲਿਟੀ 'ਚ ਫੇਰ ਤੋਂ ਸ਼ੁਰੂ ਕੀਤਾ और बेशक लिमिटेड नंबर अजे आ सकते क्योंकि सोशल डिस्टेंस वगैरह करना पैंदा, लेकिन फिर भी शुक्र कि बेशक बच्चों का प्रोग्राम अजे शुरू नहीं असी कर सके उथे, पर इन्फॉर्मेशन तुहानू कल दिती जाती है व्हाट्सएप ते फैमिली चर्च जिहड़ा ग्रुप हैगा उहदे ते अपने बच्चों नाल तुसीं ओह प्लीज़ कर लो एक्टिविटीज़ और दुआ करते हैं कि खुदावंद छेती दिन लैके आए जदों असी फिर तो ਉੱਥੇ ਸੰਡੇ ਸਕੂਲ ਕਲਾਸਿਸ ਸ਼ੁਰੂ ਕਰ ਸਕੀਏ। ਸੋ ਫਰਾਈਡੇ ਨੂੰ ਯੂਥ ਐਕਟੀਵਿਟੀ ਹੁੰਦੀ ਹੈ 8 ਵਜੇ, ਫਿਰ ਵਾਇਆ ਜ਼ੂਮ ਪਾਸਟਰ ਬਾਬ ਨੂੰ ਕੰਟੈਕਟ ਕਰ ਸਕਦੇ ਜੇ ਤੁਸੀਂ ਕੋਈ ਕੁਐਸਚਨ ਜਾਂ ਕੰਸਰਨ ਹੈਗਾ ਤੁਹਾਡੇ ਕੋਲ। ਔਰ ਫਿਰ ਹਰ ਥਰਸਡੇ ਨੂੰ ਐਲਫਾ ਪ੍ਰੋਗਰਾਮ ਚੱਲ ਰਿਹਾ ਐਂਡ ਆਈ ਹੋਪ ਲੋਟਸ ਆਫ ਪੀਪਲ ਆਰ ਟੇਕਿੰਗ ਬੈਨੀਫਿਟ ਫਰਮ ਇਟ। ਸਾਡੀ ਜ਼ੂਮ ਪ੍ਰੇਅਰ ਮੀਟਿੰਗ ਜਾਰੀ ਰਹੇਗੀ Monday to Thursday and the Lord has blessed us so much through that। और अपने बच्चे नाल खुदावंद सानू सिखा रहे हैं और अपने बच्चों नू तैयार कर रहे हैं शेयर करने लई। सो आई जस्ट अप्रीशिएट दैट और दावत देना चाहना जेडे लोग की थोड़े
nazar nahi aande aajkal. I just want to encourage you to get back. Come together every evening, 8 o'clock, Monday to Thursday. और फिर Friday ਨੂੰ ਅਸੀਂ special training ਕਰਦੇ ਹਾਂ ਜਿਹਦੇ ਚ ਅਸੀਂ ਸਿੱਖਣੇ ਆ ਬਾਈਬਲ ਦੇ ਬਾਰੇ ਵਿੱਚ ਹੋਰ ਔਰ ਕਿਸ ਤਰ੍ਹਾਂ ਪਬਲਿਕਲੀ ਅਸੀਂ ਪਰਫਾਰਮ ਕਰ ਸਕਦੇ ਹਾਂ ਬਾਈਬਲ ਨੂੰ ਪੜ੍ਹਨਾ ਜਾਂ ਡਿਵੋਸ਼ਨ ਦੇਣਾ ਜਾਂ ਮੈਸੇਜ ਦੇਣਾ ਔਰ ਇਸ ਤਰ੍ਹਾਂ ਦੇ ਟਿਪਸ ਔਰ ਟ੍ਰੇਨਿੰਗ ਜਿਹੜੀ ਹੈ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ ਫਰਾਈਡੇ ਨੂੰ ਸੋ ਯੂ ਆਰ ਵੈਲਕਮ ਟੂ ਜੁਆਇਨ देयर टू और एनकंपस ਦੇ ਬਾਰੇ ਵਿੱਚ ਮੈਂ ਥੋੜਾ ਜਿਹਾ ਦੱਸਿਆ ਹੁਣ ਦੁਆ ਕਰੋ ਕਿ ਜਦੋਂ ਅਸੀਂ ਅਗਲੇ ਫੇਸ 'ਚ ਦਾਖਲ ਹੋਈਏ ਕਿ ਕਿਸ ਤਰ੍ਹਾਂ ਅਸੀਂ ਉਸ ਫੈਸਿਲਿਟੀ ਨੂੰ ਯੂਜ਼ ਵੀ ਕਰ ਸਕੀਏ ਔਰ ਇੱਕ ਦੂਜੇ ਨੂੰ ਔਰ ਇੱਕ ਦੂਜੇ ਲਈ ਸੇਫਟੀ ਦਾ ਵੀ ਬਾਇਸ ਬਣੀਏ ਥੋੜਾ ਸ਼ੁਕਰ ਕਰਦੇ ਹਾਂ ਸਾਰਿਆਂ ਨੇ ਆਪਣੇ ਆਪਣੇ ਆਫਰਿੰਗਸ ਔਰ ਟਾਈਡਸ ਖੁਦਾ ਦੇ ਘਰ ਲਈ ਤੁਸੀਂ ਦਿੰਦੇ ਰਹੇ ਜੇ ਪਿਛਲੇ ਮਹੀਨੇ ਵੀ ਹੈਡ ਅ ਵੈਰੀ ਗੁੱਡ ਮੰਥ ਔਰ ਹੁਣ ਅਗਲੀ ਸਕਰੀਨ 'ਚ ਦੇਖੀਏ ਤੇ ਸਾਨੂੰ ਪਤਾ ਲੱਗ ਸਕਦਾ ਹੈ ਕਿ where we are now by the grace of God last quarter we had that much 24,884 और सारा बजट हर महीने का 9373 है 9,373 और खुदा का शुक्र है कि we by faith we know that this will be done बल्कि तो beyond ਅਸੀਂ ਜਾਵਾਂਗੇ so far 3,696 we have received and we thank God for the faithfulness of people and the faithfulness of God. As we honor Him, the Lord honors us. So, dua kariye. ਉਹਦੇ ਬਾਅਦ ਤੁਸੀਂ ਆਪਣੀ tithes and offerings ਭਾਵੇਂ church ਵਿੱਚ ਜਾਂ online ਕਿਸੇ time ਵੀ ਕਰ ਸਕਦੇ ਜੀ. Let's pray now. Father God, we thank you for giving us so much. And out of what you give, Lord, we present our tithes and offerings to you. And we know that you will bless and take these and receive these, Lord, for the kingdom. And we pray that it will be used, Lord, wisely for mission work and for your glory and your honor. Bless everyone, Lord, I pray. जिन्होंने दे हिस्सा पाया खुदावंद यीशु मैं थोड़े नाच एक एक परिवार से बरकत दी दुआ मांगदा ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਖੁਦਾਵੰਦ ਤੁਹਾਡੇ ਖਜ਼ਾਨੇ 'ਚੋਂ ਖੁਦਾਵੰਦ ਅਸੀਂ ਦੇਖੀ ਕਿ ਪੂਰੀ ਹੋਣ और खुदा मैं सेहत और सलामती और खुशी मांगना आज खुदावंद तेरी शांति तेरा पीस खुदावंद एक एक फैमिली ते खुदावंद छाया है so bless them God I pray and bless this offering in Jesus name amen so we'll sing now खुदावंद वादा याद करते हुए कि मैनू डरन दी लोड़ नहीं because God is with me मैं ना डरांगा ਸਾਨੂੰ ਸਾਰਿਆਂ ਨੂੰ ਪਤਾ ਕਿ ਕਰੋਨਾ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਸਾਰੀ ਦੁਨੀਆ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਸਾਰੇ ਜਿਹੜੇ ਕੰਟਰੀ ਆ ਆਪਣਾ ਕੈਨੇਡਾ ਵੀ ਉਹਨਾਂ ਕਹਿਤਾ ਕਿ ਕਰੋਨਾ ਦੇ ਨਾਲ ਹੀ ਜੀਣਾ ਲੇਕਿਨ ਥੋੜੀ ਪ੍ਰੀਕਾਸ਼ਨ ਲੈ ਕੇ ਸੋਸ਼ਲ ਡਿਸਟੈਂਸਿੰਗ और मास्क ला के और दूर रहो और सैनिटाइजेशन करो हर चीज़ दी और मेरा जिहड़ा गीत है उहदे च भी यही है मैं ना डरांगा विश्वास करांगा क्योंकि असी कोई भी बीमारी है कोई भी आफत आउंदी है क्योंकि असी यीशु दे सच्चे सिपाही हाँ सानू डट के लड़ना असी करोना का भी मुकाबला करांगे और जितांगे जरूर यीशु दा सिपाही हाँ यीशु दा सिपाही हाँ जरूर लड़ांगा मैं ना डरांगा विश्वास करांगा मैं ना डरांगा विश्वास करांगा यीशु दा सिपाही हाँ यीशु दा सिपाही हाँ जरूर लड़ांगा मैं ना डरांगा विश्वास करांगा मैं ना डरांगा विश्वास
ਜਾਵੇ ਤੇ ਜਾਨ ਚਲੀ ਜਾਵੇ ਮੇਰਾ ਈਮਾਨ ਨਾ ਜਾਵੇ ਜਾਵੇ ਤੇ ਜਾਨ ਚਲੀ ਜਾਵੇ ਮੇਰਾ ਈਮਾਨ ਨਾ ਜਾਵੇ ਕਦੇ ਜੇ ਮੌਤ ਵੀ ਆਵੇ ਯਿਸੂ ਦੇ ਕਦਮਾਂ ਵਿੱਚ ਆਵੇ ਕਦੇ ਜੇ ਮੌਤ ਵੀ ਆਵੇ ਯਿਸੂ ਦੇ ਕਦਮਾਂ ਵਿੱਚ ਆਵੇ ਯਿਸੂ ਮੇਰੀ ਜ਼ਿੰਦਗੀ ਯਿਸੂ ਮੇਰੀ ਜ਼ਿੰਦਗੀ ਕਦੇ ਨਾ ਮਰਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਕਰਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਆਰਿਆਂ ਨਾਲ ਜੋ ਚੀਰੇ ਗਏ ਖਰੇ ਈਮਾਨ ਦੇ ਯੋਧੇ ਆਰਿਆਂ ਨਾਲ ਜੋ ਚੀਰੇ ਗਏ ਖਰੇ ਈਮਾਨ ਦੇ ਯੋਧੇ ਮੌਤ ਨੂੰ ਜੋ ਲਲਕਾਰਦੇ ਨੇ ਸਦਾ ਲਈ ਯਿਸੂ ਦੇ ਹੋ ਗਏ ਮੌਤ ਨੂੰ ਜੋ ਲਲਕਾਰਦੇ ਨੇ ਸਦਾ ਲਈ ਯਿਸੂ ਦੇ ਹੋ ਗਏ ਯਿਸੂ ਮੇਰੀ ਜ਼ਿੰਦਗੀ ਯਿਸੂ ਮੇਰੀ ਜ਼ਿੰਦਗੀ ਕਦੇ ਨਾ ਹਾਰਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਕਰਾਂਗਾ ਮੈਂ ਨਾ ਡਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਖੁਦਾ ਦੇ ਵਿੱਚ ਆਕਾਸ਼ਾਂ ਦੇ ਉਟਾਂਗਾ ਵਾਂਗੂ ਕਾਪਾਂ ਦੇ ਖੁਦਾ ਦੇ ਵਿੱਚ ਆਕਾਸ਼ਾਂ ਦੇ ਉਟਾਂਗਾ ਵਾਂਗੂ ਕਾਪਾਂ ਦੇ ਲਗਾ ਕੇ ਰੱਖਾਂਗਾ ਨਜ਼ਰਾਂ ਵਚਨਾਂ ਦੀਆਂ ਕਿਤਾਬਾਂ ਤੇ ਲਗਾ ਕੇ ਰੱਖਾਂਗਾ ਨਜ਼ਰਾਂ ਵਚਨਾਂ ਦੀਆਂ ਕਿਤਾਬਾਂ ਤੇ ਯਿਸੂ ਦਾ ਸੰਦੇਸ਼ ਮੈਂ ਯਿਸੂ ਦਾ ਸੰਦੇਸ਼ ਮੈਂ ਅਜੀਜ਼ ਪੜਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਕਰਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਯਿਸੂ ਦਾ ਸਿਪਾਹੀ ਹਾਂ ਯਿਸੂ ਦਾ ਸਿਪਾਹੀ ਹਾਂ ਜ਼ਰੂਰ ਲੜਾਂਗਾ ਮੈਂ ਨਾ ਡਰਾਂਗਾ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਮੈਂ ਵਿਸ਼ਵਾਸ ਕਰਾਂਗਾ ਥੈਂਕ ਯੂ Thank you, Brother Roshan. Thank you, worship team. मैं ना डरांगा विश्वास करांगा सरकार दा नहीं ਯਿਸੂ ਦਾ ਸਿਪਾਹੀ ਹਾਂ ਔਰ ਯਿਸੂ ਨੇ ਮੈਨੂੰ ਚੁਣਿਆ ਤੇ ਘੱਲਿਆ ਮੈਂ ਜ਼ਰੂਰ ਲੜਾਂਗਾ ਸੋ ਖੁਦਾਵੰਦ ਦਾ ਸ਼ੁਕਰ ਕਰਦੇ ਹਾਂ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ
ਦੋ ਤਿੰਨ ਭੈਣਾਂ ਭਰਾਵਾਂ ਦੀਆਂ ਸ਼ੁਕਰਗੁਜ਼ਾਰੀਆਂ ਜਿਹੜੀਆਂ ਮੈਂ ਕਹਿਣੀਆਂ ਮੰਗਦਾ, ਦੱਸਣੀਆਂ ਮੰਗਦਾ। ਇੱਕ ਤਾਂ ਸਾਡਾ ਛੋਟਾ ਸਾਹਿਬਵਰਨ ਅੱਜ 5 ਸਾਲ ਦਾ ਹੋ ਗਿਆ, ਟਿੰਗੂ, ਤੇ ਪ੍ਰਭੂ ਦਾ ਸ਼ੁਕਰ ਆ ਖੁਦਾਵੰਦ ਦਾ, ਉਸਨੇ ਨਾ ਸਿਰਫ ਸੰਤਾਨ ਦਿੱਤੀ ਪਰ ਗੋਡਲੀ ਸੰਤਾਨ ਦਿੱਤੀ, ਔਰ ਪ੍ਰਭੂ ਉਸਨੂੰ ਬਲੈਸ ਕਰੇ ਔਰ ਆਪਣੇ ਰਾਹਾਂ ਦੇ ਉੱਪਰ ਚਲਾਵੇ। ਇੱਥੇ ਪੁਲਪਟ ਤੇ ਖੜਾ ਹੋ ਕੇ ਉਹ ਵੀ ਪ੍ਰੀਚ ਕਰੇ। ਆਮੇਨ, ਆਮੇਨ। ਤੇ ਦੂਸਰਾ, ਸਾਡੇ ਬ੍ਰਦਰ ਬਸ਼ੀਰ ਨੂੰ ਮਨਾ ਕੀਤਾ ਸੀ ਮਿੱਠਾ ਨਹੀਂ ਲੈ ਕੇ ਆਉਣਾ। ਉਹ ਕਹਿੰਦੇ ਪੰਜਾਬੀ ਚਰਚ ਮਿੱਠੇ ਬਗੈਰ ਨਹੀਂ ਰਹਿ ਸਕਦੀ। ਪ੍ਰਭੂ ਨੇ ਉਹਨਾਂ ਨੂੰ ਗੱਡੀ ਬਖਸ਼ੀ ਆ ਨਵੀਂ, ਔਰ ਬਹੁਤ ਸਾਰੇ ਲੋਕ ਉਹ ਕਹਿੰਦੇ ਕਿ ਤੁਹਾਡੀ ਚਰਚ ਜਿਹੜੀ ਉਹ ਟੋਇਟਾ ਦੀਆਂ ਗੱਡੀਆਂ ਦਿੰਦੀ ਜਿਹੜਾ ਕੋਈ ਪ੍ਰਭੂ ਕੋਲੇ ਆਉਂਦਾ। ਬਸ਼ੀਰ ਨੂੰ ਹੁਣ ਸਾਰਿਆਂ ਨੇ ਕਹਿਣਾ ਵੀ ਸਾਨੂੰ ਵੀ ਗੱਡੀ ਦਵਾ ਦਿਓ, ਅਸੀਂ ਵੀ ਚਰਚ ਆ ਜਾਇਆ ਕਰਾਂਗੇ। ਤੇ ਪ੍ਰਭੂ ਦਾ ਧੰਨਵਾਦ ਕਰਦਾ ਭਰਾ ਕਿ ਉਸਨੇ ਨਵੀਂ ਗੱਡੀ ਬਖਸ਼ੀ ਆ, ਔਰ ਬੜੇ ਧਿਆਨ ਦੇ ਨਾਲ ਸਿਸਟਰ ਹੁਣੀ ਸਰਵ ਕਰਨਗੇ ਬਾਅਦ ਵਿੱਚ ਇਹ ਸਵੀਟ ਜਿਹੜੀ ਉਹ ਲੈ ਕੇ ਆਏ ਆ। ਪਰ ਖੁਦਾਵੰਦ ਦਾ ਸ਼ੁਕਰ ਕਰਦੇ ਔਰ ਦੁਆ ਕਰਦੇ ਹਾਂ ਕਿ ਪ੍ਰਭੂ ਸਾਡੇ ਭਰਾ ਨੂੰ ਔਰ ਗੱਡੀ ਨੂੰ ਬਲੈਸ ਕਰੇ ਔਰ ਭਰਾ ਦੇ ਲਈ ਬਰਕਤ ਦਾ ਕਾਰਨ ਬਣੇ। ਔਰ ਤੀਸਰੀ ਸ਼ੁਕਰਗੁਜ਼ਾਰੀ, ਮੇਰੀ ਭੈਣ ਛਿੰਦਰ ਕਹਿੰਦੀ ਕਿ ਮੇਰਾ ਮਾਈਕ ਜਿਹੜਾ ਉਹ ਚੱਲਦਾ ਨਹੀਂ ਪਿਆ, ਵਰਨਾ ਤਾਂ ਉਹਨੇ ਆਪ ਹੀ ਕਰਨੀ ਸੀਗੀ। ਕਿ ਵੀ ਮੈਂ ਪ੍ਰਭੂ ਦਾ ਬੜਾ ਸ਼ੁਕਰ ਕਰਦੀ ਹਾਂ ਕਿ ਉਸਨੇ ਜਾਨ ਵੀ ਬਖਸ਼ੀ, ਔਰ ਹੁਣ ਭੈਣ ਜਿਹੜੀ ਆ ਉਹ ਚੱਲਣ ਫਿਰਨ ਲੱਗ ਗਈ, ਐਕਸਰਸਾਈਜ਼ ਕਰਨ ਲੱਗ ਗਈ। ਤੇ ਉਹ ਕਹਿੰਦੀ ਕਿ ਬਸ ਇਸ ਵੀਕ ਦੇ ਵਿੱਚ ਉਹ ਮੈਨੂੰ ਘਰ ਘੱਲ ਦੇਣਗੇ। ਸੋ ਖੁਦਾਵੰਦ ਦਾ ਸ਼ੁਕਰ ਕਰਦੇ ਹਾਂ। ਤਾਂ ਬੱਚੀ ਜਿਹੜੀ ਆ ਪ੍ਰਭੂ ਦੇ ਵਿੱਚ ਮਜ਼ਬੂਤ ਆ, ਹੁਣ ਵੀ ਵਚਨ ਸੁਣਦੀ ਪਈ ਆ, ਔਰ ਉਸਨੇ ਕਿਹਾ ਕਿ ਵੀਰੇ ਮੇਰੇ ਵੱਲੋਂ ਸ਼ੁਕਰ ਕਰਿਓ ਔਰ ਦੁਆ ਕਰਿਓ ਕਿ ਮੈਂ ਘਰੇ ਆ ਕੇ ਵੀ ਉੱਦਾਂ ਹੀ ਤਕੜੀ ਰਵਾਂ। ਆਮੇਨ। ਸੋ ਛੋਟੀਆਂ ਜਿਹੀਆਂ ਇਹ ਜਿਹੜੀਆਂ ਸੀਗੀਆਂ ਸ਼ੁਕਰਗੁਜ਼ਾਰੀਆਂ। ਅਗਲੇ ਵੀਕ ਅਸੀਂ ਹੋਰ ਵੀ ਸ਼ੁਕਰਗੁਜ਼ਾਰੀਆਂ ਦਾ ਸਮਾਂ ਰੱਖਾਂਗੇ, ਤੇ ਤੁਸੀਂ ਫਿਰ ਉਹ ਵੀ ਜਿਹੜੀਆਂ ਸ਼ੁਕਰਗੁਜ਼ਾਰੀਆਂ ਕਰ ਸਕਦੇ ਹੋ। ਤਾਂ ਆਓ ਅਸੀਂ ਕਲਾਮ ਦੇ ਵਿੱਚ ਜਾਣ ਤੋਂ ਪਹਿਲਾਂ ਛੋਟੀ ਦੁਆ ਕਰੀਏ। ਪਿਆਰੇ ਖੁਦਾਵੰਦ, ਅਸੀਂ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਪਿਆਰੇ ਪ੍ਰਭੂ ਜੀ, ਸਾਨੂੰ ਆਪਣੇ ਬੇਟੇ ਬੇਟੀਆਂ ਬਣਾਇਆ, ਸਾਨੂੰ ਬਾਪ ਕਹਿਣ ਦਾ ਹੱਕ ਦਿੱਤਾ, ਆਪਣਾ ਆਤਮਾ ਦਿੱਤਾ ਖੁਦਾਵੰਦ, ਜੋ ਸਾਨੂੰ 24/7 ਗਾਈਡ ਕਰਦਾ, ਜੋ ਸਾਨੂੰ ਪ੍ਰਭੂ ਜੀ ਤੇਰੇ ਅਨੁਸਾਰ ਜੀਵਨ ਗੁਜ਼ਾਰਨ ਦੀ ਸ਼ਕਤੀ ਦਿੰਦਾ। ਤੇਰਾ ਸ਼ੁਕਰ ਕਰਦੇ ਪਿਆਰੇ ਪ੍ਰਭੂ, ਧੰਨਵਾਦ ਕਰਦੇ ਹਾਂ ਤੇਰੇ ਬੱਚਿਆਂ ਦੇ ਲਈ ਜਿਨ੍ਹਾਂ ਨੂੰ ਪ੍ਰਭੂ ਜੀ ਤੂੰ ਲੈ ਕੇ ਆਇਆ। ਖਾਸ ਤੌਰ ਤੇ ਮੈਂ ਆਪਣੇ ਭਰਾ ਪ੍ਰਤਾਪ ਦੇ ਲਈ ਤੇਰਾ ਸ਼ੁਕਰ ਕਰਦਾ ਖੁਦਾਵੰਦ। ਪ੍ਰਭੂ ਤੂੰ ਆਪਣੇ ਬੱਚੇ ਦੇ ਲਈ ਰਾਹ ਖੋਲੇ ਕਿ ਪ੍ਰਭੂ ਜੀ ਤੇਰਾ ਬੱਚਾ ਆ ਸਕੇ ਔਰ ਵਰਸ਼ਿਪ ਟੀਮ ਦੇ ਨਾਲ ਮਿਲ ਕੇ ਤੇਰੀ ਪ੍ਰੇਜ਼ ਕਰ ਸਕੇ ਖੁਦਾਵੰਦ। ਪ੍ਰਭੂ ਇਹ ਤੁਸੀਂ ਹੋ ਜਿਨ੍ਹਾਂ ਨੇ ਇਹ ਪੋਸੀਬਲ ਕੀਤਾ। ਜੋ ਤੁਹਾਡੇ ਘਰ ਆਉਣਾ ਮੰਗਦੇ ਪ੍ਰਭੂ ਜੀ ਤੂੰ ਆਪ ਉਹਨਾਂ ਦੇ ਰਾਹਾਂ ਨੂੰ ਖੋਲ ਦਿੰਨਾ। ਤੇਰਾ ਧੰਨਵਾਦ ਕਰਦੇ ਹਾਂ ਔਰ ਦੁਆ ਕਰਦੇ ਹਾਂ ਮੇਰੇ ਭਰਾ ਦੀ ਕਮਾਈ 'ਚ ਬਰਕਤ ਪਾਈ, ਔਰ ਖੁਦਾਵੰਦ ਉਸਦੀ ਸੰਤਾਨ ਨੂੰ ਯੂਜ਼ ਕਰੀ ਕਿ ਇਸੇ ਤਰ੍ਹਾਂ ਪ੍ਰਭੂ ਜੀ ਸਾਡਾ ਭਰਾ ਦਾ ਖਾਨਦਾਨ ਤੇਰੀ ਸੇਵਾ ਕਰੀ। ਹੁਣ ਖੁਦਾਵੰਦ ਜਦੋਂ ਅਸੀਂ ਕਲਾਮ ਦੇ ਵਿੱਚ ਜਾਈਏ ਤਾਂ ਪ੍ਰਭੂ ਜੀ ਤੂੰ ਸਾਡੇ ਸਭ ਦੇ ਮਨਾਂ ਦੇ ਨਾਲ ਗੱਲਬਾਤ ਕਰਨੀ, ਔਰ ਇਸ ਕਲਾਮ ਤੋਂ ਪ੍ਰਭੂ ਜੀ ਨਾ ਸਿਰਫ ਸਾਨੂੰ ਮਾਰਗ ਦਰਸ਼ਨ ਦੇਣਾ, ਸਾਨੂੰ ਗਾਈਡ ਕਰਨਾ, ਪਰ ਆਲਸੋ ਸਾਨੂੰ ਬਲੈਸ ਵੀ ਕਰਨਾ ਖੁਦਾਵੰਦ। ਸਾਨੂੰ ਤਾਕਤ ਦੇਣੀ ਕਿ ਅਸੀਂ ਸੁਣਨ ਵਾਲੇ ਨਹੀਂ, ਉਸ ਤੇ ਚੱਲਣ ਵਾਲੇ ਬਣ ਜਾਈਏ। ਯਿਸੂ ਮਸੀਹ ਦੇ ਮਿੱਠੇ ਤੇ ਪਿਆਰੇ ਨਾਮ 'ਚ ਮੰਗਦੇ ਹਾਂ। ਸਾਡੀ ਦੁਆ ਨੂੰ ਸੁਣੋ ਤੇ ਕਬੂਲ ਕਰੋ। ਆਮੀਨ, ਆਮੀਨ, ਆਮੀਨ। ਭੈਣ ਬਬਲੀ ਸਾਡੇ ਨਾਲ ਬੁੱਕ ਆਫ ਐਕਟਸ, ਚੇਲਿਆਂ ਦੇ ਕਰਤੱਵ, ਉਸਦਾ 5ਵਾਂ ਭਾਵ, ਉਸਦੀ 12 ਤੋਂ ਲੈ ਕੇ 42 ਆਇਤ ਜਿਹੜੀ ਆ ਸਾਡੀ ਭੈਣ ਸਾਡੇ ਨਾਲ ਪੜੂਗੀ। ਐਕਟ ਚੈਪਟਰ 5 verse 12 to 42, ਚੇਲਿਆਂ ਦੇ ਕਰਤੱਵ, ਉਸਦਾ 5ਵਾਂ ਭਾਵ, ਉਸਦੀ 12 ਤੋਂ ਲੈ ਕੇ 42 ਆਇਤ। ਬਸ਼ੀਰ ਮਾਈਕ ਔਨ ਕਰਿਓ, ਹੈਂਡ ਹੈਲਡ। ਚਿੰਨ੍ਹ ਅਤੇ ਚਮਤਕਾਰ। ਪ੍ਰਮੁੱਖ ਚੇਲਿਆਂ ਦੇ ਹੱਥੋਂ ਲੋਕਾਂ ਵਿੱਚ ਬਹੁਤ ਸਾਰੇ ਚਿੰਨ੍ਹ ਅਤੇ ਚਮਤਕਾਰ ਹੋ ਰਹੇ ਸਨ। ਉਹ ਸਾਰੇ ਮਿਲ ਕੇ ਸੁਲੇਮਾਨ ਦੀ ਡਿਓਢੀ ਵਿੱਚ ਇਕੱਠੇ ਹੁੰਦੇ ਸਨ। ਕੋਈ ਦੂਜਾ ਉਹਨਾਂ ਵਿੱਚ ਜਾਣ ਦਾ ਹੌਸਲਾ ਨਹੀਂ ਕਰਦਾ ਸੀ, ਪਰ ਫਿਰ ਵੀ ਲੋਕਾਂ ਉਹਨਾਂ ਦੀ ਵਡਿਆਈ ਕਰਦੇ ਸਨ। ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਆਦਮੀ ਯਿਸੂ ਪ੍ਰਭੂ ਤੇ ਵਿਸ਼ਵਾਸ ਕਰਦੇ ਸਨ। ਉਹਨਾਂ ਵਿੱਚ ਲਗਾਤਾਰ ਸ਼ਾਮਲ ਕੀਤੇ ਜਾਂਦੇ ਸਨ, ਇੱਥੋਂ ਤੱਕ ਕਿ ਲੋਕੀ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਤੇ ਬਾਹਰ ਗਲੀਆਂ ਵਿੱਚ ਲੰਮੇ ਪਾ ਦਿੰਦੇ ਕਿ ਜਦੋਂ ਪਤਰਸ ਲੰਘੇ ਉਸ ਦਾ ਪਰਛਾਵਾਂ ਹੀ ਉਹਨਾਂ ਵਿੱਚ ਕਿਸੇ ਤੇ ਪੈ ਜਾਵੇ। ਯਰੂਸ਼ਲਮ ਦੇ ਲਾਗੇ ਦੇ ਨਗਰਾਂ ਦੇ ਬਹੁਤ ਸਾਰੇ ਲੋਕੀ ਇਕੱਠੇ ਹੋ ਕੇ ਆਪਣੇ ਰੋਗੀਆਂ ਅਤੇ ਅਸ਼ੁੱਧ ਆਤਮਾਵਾਂ ਨਾਲ ਪੀੜਤ ਆਦਮੀਆਂ ਨੂੰ ਲਿਆਉਂਦੇ ਅਤੇ ਬਹੁਤ ਸਾਰੇ ਚੰਗੇ ਹੋ ਜਾਂਦੇ ਸਨ।
ਇਸ ਤੋਂ ਮਹਾਪੁਰੋਹਿਤ ਅਤੇ ਉਸਦੇ ਸਾਰੇ ਸਾਥੀ ਅਰਥਾਤ ਸਥਾਨਕ ਸਦੂਕੀਆ ਦਲ ਦੇ ਲੋਕੀ ਈਰਖਾ ਨਾਲ ਭਰ ਗਏ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ। ਪਰ ਰਾਤ ਵੇਲੇ ਇੱਕ ਸਵਰਗਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਜਾਓ, ਮੰਦਰ ਵਿੱਚ ਖੜੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਗੱਲਾਂ ਦੱਸੋ। ਉਹਨਾਂ ਨੇ ਇਹ ਸੁਣਿਆ ਅਤੇ ਸਵੇਰ ਹੁੰਦਿਆਂ ਹੀ ਉਹ ਮੰਦਰ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਜਦੋਂ ਮਹਾਪੁਰੋਹਿਤ ਅਤੇ ਉਸਦੇ ਸਾਥੀ ਆਏ ਤਾਂ ਉਹ ਉਹਨਾਂ ਸਭਾ ਅਰਥਾਤ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਸੱਦਿਆ ਅਤੇ ਹਵਾਲਾਤ ਵਿੱਚ ਹੁਕਮ ਘੱਲਿਆ ਕਿ ਪ੍ਰਮੁੱਖ ਚੇਲਿਆਂ ਨੂੰ ਲਿਆਇਆ ਜਾਵੇ। ਪਰ ਜਦੋਂ ਸਵੇਰੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪ੍ਰਮੁੱਖ ਚੇਲੇ ਉੱਥੇ ਨਾ ਮਿਲੇ। ਇਸ ਲਈ ਉਹਨਾਂ ਵਾਪਸ ਆ ਕੇ ਸਮਾਚਾਰ ਦਿੱਤਾ, ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਨਾਲ ਬੰਦ ਹਾਲਾਤ ਵਿੱਚ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜੇ ਦੇਖਿਆ, ਪਰ ਜਦੋਂ ਅਸੀਂ ਬੂਹਾ ਖੋਲ੍ਹਿਆ ਤਾਂ ਕਿਸੇ ਨੂੰ ਅੰਦਰ ਨਾ ਦੇਖਿਆ। ਜਦੋਂ ਮੰਦਰ ਦੀ ਪੁਲਿਸ ਦੇ ਕਪਤਾਨ ਅਤੇ ਮਹਾਪੁਰੋਹਿਤਾਂ ਨੇ ਇਹ ਸੁਣਿਆ ਤਾਂ ਉਹ ਚਿੰਤਾ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ। ਇੰਨੇ ਸਮੇਂ ਵਿੱਚ ਕਿਸੇ ਨੇ ਉਹਨਾਂ ਨੂੰ ਆ ਕੇ ਸਮਾਚਾਰ ਦਿੱਤਾ, ਜਿਨ੍ਹਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਬੰਦ ਕੀਤਾ ਸੀ, ਉਹ ਮੰਦਰ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਉੱਥੇ ਲੈ ਕੇ ਆਇਆ, ਪਰ ਬਲਪੂਰਵਕ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹ ਉਹਨਾਂ ਨੂੰ ਪਥਰਾਓ ਨਾ ਕਰਨ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ। ਮਹਾਪੁਰੋਹਿਤਾਂ ਨੇ ਉਹਨਾਂ ਤੋਂ ਪੁੱਛਿਆ, ਕੀ ਅਸੀਂ ਤੁਹਾਨੂੰ ਸਖਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਤੇ ਸਿੱਖਿਆ ਨਾ ਦੇਣਾ? ਪਰ ਤੁਸੀਂ ਸਾਰਾ ਜਰੂਸਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਆਦਮੀ ਦਾ ਖੂਨ ਸਾਡੇ ਸਿਰ ਮੜਨਾ ਚਾਹੁੰਦੇ ਹੋ। ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਡੇ ਲਈ ਆਦਮੀਆਂ ਨਾਲੋਂ ਪਰਮੇਸ਼ਵਰ ਦੀ ਆਗਿਆ ਮੰਨਣਾ ਜ਼ਰੂਰੀ ਹੈ। ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕਰ ਦਿੱਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ ਸੀ। ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਸਰਦਾਰ ਅਤੇ ਮੁਕਤੀਦਾਤਾ ਦਾ ਉੱਚਾ ਪਦ ਦਿੱਤਾ ਹੈ ਕਿ ਉਹ ਇਜ਼ਰਾਈਲ ਕੌਮ ਨੂੰ ਪਛਤਾਤਾਪ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫੀ ਦੇਵੇ। ਇਹਨਾਂ ਗੱਲਾਂ ਦੇ ਅਸੀਂ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ, ਜਿਸ ਨੂੰ ਪਰਮੇਸ਼ਵਰ ਨੇ ਆਪਣੀ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਪ੍ਰਮੁੱਖ ਚੇਲਿਆਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ। ਪਰ ਗਮਲੀਏਲ ਨਾਲ ਦੇ ਇੱਕ ਫਰੀਸੀ, ਜੋ ਨੇਮ ਸ਼ਾਸਤਰ ਦਾ ਪੜ੍ਹਾਉਣ ਵਾਲਾ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜਾ ਹੋਇਆ ਅਤੇ ਪ੍ਰਮੁੱਖ ਚੇਲਿਆਂ ਨੂੰ ਥੋੜੇ ਸਮੇਂ ਲਈ ਬਾਹਰ ਘੱਲਣ ਲਈ ਕਿਹਾ। ਉਸ ਨੇ ਸਭਾ ਦੇ ਲੋਕਾਂ ਨੂੰ ਕਿਹਾ, ਹੇ ਇਜ਼ਰਾਈਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ। ਕੁਝ ਸਮੇਂ ਪਹਿਲਾਂ ਥਿਉਦਾਸ ਉੱਠਿਆ ਸੀ, ਉਹ ਕਹਿੰਦਾ ਸੀ ਕਿ ਉਹ ਵੀ ਕੁਝ ਹੈ। ਕੋਈ 400 ਆਦਮੀ ਉਸ ਦੇ ਪਿੱਛੇ ਲੱਗ ਪਏ, ਪਰ ਉਹ ਮਾਰਿਆ ਗਿਆ। ਉਸ ਦੇ ਪਿੱਛੋਂ ਸਮਰਥਕ ਵੀ ਖਿੰਡ ਗਏ ਅਤੇ ਪਿੱਛੇ ਕੁਝ ਨਾ ਬਚਿਆ। ਇਸ ਦੇ ਪਿੱਛੋਂ ਜਨਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾ ਉੱਠਿਆ ਅਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਵੀ ਆਪਣੇ ਪਿੱਛੇ ਲਾ ਲਿਆ, ਪਰ ਉਹ ਵੀ ਮਾਰਿਆ ਗਿਆ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵੀ ਖਿੰਡ ਪੁੰਡ ਗਏ। ਇਸ ਲਈ ਇਸ ਮਾਮਲੇ ਵਿੱਚ ਮੇਰਾ ਤੁਹਾਨੂੰ ਕਹਿਣਾ ਹੈ, ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ, ਕਿਉਂਕਿ ਜੇਕਰ ਇਹ ਯੋਜਨਾ ਦਾ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪੇ ਖਤਮ ਹੋ ਜਾਵੇਗਾ, ਪਰ ਜੇਕਰ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕੋਗੇ। ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਪਰਮੇਸ਼ਰ ਦੇ ਵਿਰੁੱਧ ਲੜਦੇ ਦੇਖੋ। ਉਹਨਾਂ ਨੇ ਇਹ ਗੱਲ ਮੰਨ ਲਈ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਸੱਦਿਆ, ਪਿਟਵਾਇਆ ਅਤੇ ਹੁਕਮ ਦੇ ਕੇ ਕਿ ਯਿਸੂ ਦੇ ਨਾਂ ਤੇ ਫਿਰ ਨਾ ਬੋਲਣਾ ਛੱਡ ਦਿੱਤਾ। ਪਰ ਪ੍ਰਮੁੱਖ ਚੇਲੇ ਸਭਾ ਦੇ ਸਾਹਮਣਿਓਂ ਖੁਸ਼ੀ ਨਾਲ ਚਲੇ ਗਏ ਕਿ ਉਹਨਾਂ ਨੂੰ ਇਸ ਨਾਂ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ। ਪਰ ਉਹ ਹਰ ਦਿਨ ਬਿਨਾਂ ਰੁਕੇ ਮੰਦਰ ਵਿੱਚ ਅਤੇ ਘਰ ਘਰ ਜਾ ਕੇ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ਮਸੀਹ ਹੈ। ਥੈਂਕ ਯੂ ਸਿਸਟਰ ਬਬਲੀ। ਵਚਨ ਦੇ ਪੜ੍ਹੇ ਤੇ ਸੁਣੇ ਜਾਣ ਤੇ ਆਪ ਸਭ ਨੂੰ ਬਰਕਤ ਮਿਲੇ। ਅਸੀਂ ਬੁੱਕ ਆਫ ਐਕਟ ਦੇ ਵਿੱਚੋਂ ਅਰਲੀ ਚਰਚ ਦੇ ਬਾਰੇ ਸਿੱਖਦੇ ਪਏ ਹਾਂ। ਅਰਲੀ ਚਰਚ ਦੇ ਵਿੱਚ ਜਿਸ ਵੇਲੇ ਪਰਮੇਸ਼ਵਰ ਨੇ ਕਿਹਾ ਸੀਗਾ, ਪ੍ਰਭੂ ਯਿਸੂ ਨੇ ਕਿਹਾ ਸੀਗਾ ਕਿ ਜਦੋਂ ਤੱਕ ਆਤਮਾ ਦਾ ਬਲ ਤੁਹਾਨੂੰ ਨਾ ਮਿਲੇ ਤਾਂ ਤੁਸੀਂ ਬਾਹਰ ਨਹੀਂ ਜਾਣਾ, ਔਰ ਜਦੋਂ ਤੋਂ ਆਤਮਾ ਦਾ ਬਲ ਮਿਲਿਆ ਅਸੀਂ ਦੇਖਦੇ ਹਾਂ
ਕਿ ਚੇਲੇ ਆਤਮਾ ਦੀ ਅਗਵਾਈ ਦੇ ਨਾਲ ਪ੍ਰਚਾਰ ਕਰਦੇ ਪਏ ਆ, ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਪ੍ਰਭੂ ਦੇ ਕੋਲੇ ਆਉਂਦੇ ਪਏ ਆ। ਪ੍ਰਭੂ ਦਾ ਘਰ ਜਿਹੜਾ ਉਹ ਭਰਿਆ ਪਿਆ। ਔਰ ਅਸੀਂ ਇਹ ਵੀ ਦੇਖਦੇ ਪਏ ਹਾਂ ਕਿ ਵਿੱਚ ਹੀ ਵਿੱਚ ਰੁਕਾਵਟਾਂ ਵੀ ਜਿਹੜੀਆਂ ਸ਼ੈਤਾਨ ਪਾਉਂਦਾ। ਪਿਛਲੀ ਵਾਰੀ ਅਸੀਂ ਹਨਾਨਿਆ ਤੇ ਸਫੀਰਾ ਦੇ ਬਾਰੇ ਸਿੱਖਿਆ ਸੀਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਉਹ ਆਪਣੇ ਆਪ ਨੂੰ ਪ੍ਰਟੈਂਡ ਕਰਕੇ ਉਹ ਸ਼ੋਭਾ ਲੈਣੀ ਚਾਹੀ ਜੋ ਪਰਮੇਸ਼ਵਰ ਨਹੀਂ ਚਾਹੁੰਦਾ। ਪਰਮੇਸ਼ਵਰ ਚਾਹੁੰਦਾ ਕਿ ਅਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਦੇ ਲਈ ਜੀਏ, ਔਰ ਸਾਨੂੰ ਪੂਰਾ ਵਿਸ਼ਵਾਸ ਆ ਕਿ ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਹਾਂ। ਉਸਨੇ ਸਾਨੂੰ ਚੁਣਿਆ, ਉਸਨੇ ਸਾਨੂੰ ਇਹ ਕੰਮ ਸੌਂਪਿਆ, ਉਸਨੇ ਚੇਲਿਆਂ ਨੂੰ ਇਹ ਕੰਮ ਸੌਂਪਿਆ। ਔਰ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੇ ਸਲੀਬ ਚੜਾਇਆ ਸੀ ਤਾਂ ਉਹਨਾਂ ਨੇ ਸੋਚਿਆ ਸੀਗਾ ਕਿ ਹੁਣ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਚੜਾ ਦਿੱਤਾ ਤੇ ਉਹਨਾਂ ਦੇ ਸਲੀਬ ਚੜਾਉਣ ਦੇ ਨਾਲ ਇਹ ਕੰਮ ਜਿਹੜਾ ਖਤਮ ਹੋ ਜਾਊਗਾ। ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰੇ ਲੂਲਿਆਂ ਨੂੰ, ਲੰਗਿਆਂ ਨੂੰ ਠੀਕ ਕੀਤਾ, ਮੁਰਦਿਆਂ ਨੂੰ ਜਿੰਦਾ ਕੀਤਾ, ਬਿਮਾਰੀਆਂ ਵਾਲੇ ਲੋਕਾਂ ਨੂੰ ਠੀਕ ਕੀਤਾ, ਸਭ ਸਮਾਚਾਰ ਸੁਣਾਇਆ, ਔਰ ਬਹੁਤ ਸਾਰੇ ਲੋਕ ਉਹਨਾਂ ਦੇ ਪਿੱਛੇ ਚੱਲ ਪਏ ਸੀ। ਪਰ ਜਿਹੜੇ ਯਹੂਦੀ ਲੋਕ ਸੀ ਉਹਨਾਂ ਨੇ ਸੋਚਿਆ ਕਿ ਹੁਣ ਤਾਂ ਇਹ ਜੂਆਂ ਨੇ ਕਿ ਵੀ ਹੁਣ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਦਿੱਤੀ ਆ, ਹੁਣ ਇਹ ਕੰਮ ਖਤਮ ਹੋ ਜਾਣਾ। ਪਰ ਪ੍ਰਭੂ ਯਿਸੂ ਮਸੀਹ ਸਾਡੇ ਵਿੱਚ, ਚੇਲਿਆਂ ਦੇ ਵਿੱਚ ਆ ਕੇ ਕੰਮ ਕਰਦੇ ਪਏ ਆ। ਉਸ ਵੇਲੇ ਵੀ ਕੰਮ ਹੋ ਰਿਹਾ, ਔਰ ਚੇਲਿਆਂ ਦੇ ਵਿੱਚ ਰਹਿ ਕੇ ਉਹ ਕੰਮ ਕਰਦੇ ਪਏ ਆ। ਔਰ ਉਸੇ ਤਰ੍ਹਾਂ ਜਿੰਨੀ ਭੀੜ ਪ੍ਰਭੂ ਯਿਸੂ ਮਸੀਹ ਦੇ ਵੇਲੇ ਸੀ, ਉਸ ਤੋਂ ਕਈ ਗੁਣਾ ਜ਼ਿਆਦਾ ਭੀੜ ਹੁਣ ਆਉਂਦੀ ਪਈ ਆ, ਪ੍ਰਭੂ ਦਾ ਵਚਨ ਸੁਣਦੀ ਪਈ ਆ, ਲੋਕ ਠੀਕ ਹੁੰਦੇ ਪਏ ਆ। ਔਰ ਅਸੀਂ 12 ਤੋਂ ਲੈ ਕੇ 16 ਆਇਤ ਵਿੱਚ ਅਸੀਂ ਦੇਖਿਆ ਕਿ ਕਿੰਨੇ ਚਿੰਨ੍ਹ ਤੇ ਚਮਤਕਾਰ ਹੋ ਰਹੇ ਆ। ਈਵਨ ਕਹਿੰਦੇ ਕਿ ਪਤਰਸ ਦੇ ਪਰਛਾਵੇਂ ਦੇ ਨਾਲ ਜਿਹੜੇ ਆ ਲੋਕੀ ਠੀਕ ਹੁੰਦੇ ਪਏ ਆ, ਔਰ ਧੜਾ ਧੜ ਲੋਕ ਜਿਹੜੇ ਹੈਗੇ ਆ ਉਹ ਆਉਂਦੇ ਪਏ ਆ। ਔਰ ਇਹ ਸਾਰੀ ਚੀਜ਼ ਦੇਖ ਕੇ ਜਿਹੜੀ ਉਹਨਾਂ ਨੂੰ, ਯਹੂਦੀਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਕਿ ਬਈ ਇਹ, ਅਸੀਂ ਤਾਂ ਕਿਹਾ ਸੀਗਾ ਕਿ ਇਹ ਕੰਮ ਖਤਮ ਹੋ ਜਾਊਗਾ, ਪਰ ਇਹ ਤਾਂ ਕੰਮ ਜਿਹੜਾ ਹੈਗਾ ਉਸ ਤੋਂ ਵੀ ਜ਼ਿਆਦਾ ਵੱਧ ਗਿਆ। ਸੋ ਚਰਚ, ਗੋਡ ਹੈਜ਼ ਏ ਮਿਸ਼ਨ। ਪਰਮੇਸ਼ਵਰ ਦਾ ਜਿਹੜਾ ਮਿਸ਼ਨ ਆ ਉਹ ਇਹ ਆ ਕਿ ਸਾਰੇ ਧਰਤੀ ਵਾਸੀ ਜਿਹੜੇ ਪਾਪ ਦੇ ਵਿੱਚ ਫਸੇ ਹੋਏ ਆ, ਪਰਮੇਸ਼ਵਰ ਨੇ ਆਪਣੇ ਬੇਟੇ ਨੂੰ ਘੱਲਿਆ। ਅਸੀਂ ਪਾਸਟਰ ਜੌਨਸਨ ਤੋਂ ਸੁਣਦੇ ਹਾਂ, ਜਦੋਂ ਪਿਛਲੇ ਹਫ਼ਤੇ ਵੀ ਉਹਨਾਂ ਨੇ ਕਿਹਾ ਕਿ ਵਚਨ ਦੇ ਵਿੱਚ ਲਿਖਿਆ, ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਉਸੇ ਤਰ੍ਹਾਂ ਮੈਂ ਤੁਹਾਨੂੰ ਘੱਲਦਾ। ਯਿਸੂ ਮਸੀਹ ਨੇ ਚੇਲਿਆਂ ਨੂੰ ਘੱਲਿਆ, ਸਾਨੂੰ ਘੱਲਿਆ, ਔਰ ਉਹ ਮਿਸ਼ਨ ਜਿਹੜਾ ਪਰਮੇਸ਼ਵਰ ਦਾ ਕੀ ਹੈਗਾ ਕਿ ਹਰ ਇੱਕ ਮਨੁੱਖ ਜਿਹੜਾ ਬਚਾਇਆ ਜਾਵੇ। ਔਰ ਜਿਸ ਵੇਲੇ ਜਿੰਨੇ ਵੀ ਲੋਕ ਮਿਸ਼ਨ ਦੇ ਵਿੱਚ ਕੰਮ ਕਰਦੇ, ਈਵਨ ਪ੍ਰਭੂ ਯਿਸੂ ਮਸੀਹ, ਉਹਨਾਂ ਦੇ ਉੱਪਰ ਅਤਿਆਚਾਰ ਹੋਇਆ, ਉਹਨਾਂ ਉੱਪਰ ਸਤਾਓ ਆਇਆ। ਚੇਲਿਆਂ ਨੇ ਪ੍ਰਚਾਰ ਕਰਨਾ ਚਾਹਿਆ, ਚੇਲਿਆਂ ਉੱਪਰ ਸਤਾਓ ਆਇਆ, ਉਹਨਾਂ ਉੱਪਰ ਜਿੱਦਾਂ ਦੁੱਖ ਮੁਸੀਬਤਾਂ ਆਈਆਂ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਹੁਣ ਬਾਅਦ ਵਿੱਚ ਚਰਚ ਜਿਹੜੀ ਹੈਗੀ ਆ, ਜਿੱਦਾਂ ਜਿੱਦਾਂ ਲੋਕਾਂ ਨੇ ਪ੍ਰਭੂ ਦੇ ਲਈ ਪ੍ਰਚਾਰ ਕਰਨਾ ਚਾਹਿਆ ਤਾਂ ਹਨੇਰੇ ਵਾਸੀ ਦੇ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਗਾ। ਸੋ ਜਿੰਦਾ ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਵਿੱਚ ਦੀ ਹੋ ਕੇ ਕੰਮ ਕਰ ਰਹੇ ਆ, ਔਰ ਬਹੁਤਾਤ ਵਿੱਚ ਲੋਕ ਗੁਨਾਹਾਂ ਤੋਂ ਮਾਫੀ ਲੈ ਕੇ ਪਰਮੇਸ਼ਵਰ ਦੀ ਯੋਜਨਾ ਅਨੁਸਾਰ ਪਰਮੇਸ਼ਵਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਆ। ਹੀਲਿੰਗ ਹੋ ਰਹੀ ਆ, ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਚਮਤਕਾਰ ਹੋ ਰਹੇ ਆ, ਪਰ ਗਰੋਥ ਦੇ ਨਾਲ ਨਾਲ ਸਤਾਓ ਵੀ ਹੋ ਰਿਹਾ, ਪਰਸੀਕਿਊਸ਼ਨ ਵੀ ਜਿਹੜਾ ਹੈਗਾ ਉਹ ਵੱਧ ਰਿਹਾ। ਪ੍ਰਭੂ ਯਿਸੂ ਮਸੀਹ ਨੇ ਆਪਣੀ ਸਲੀਬ ਤੋਂ ਪਹਿਲਾਂ ਚੇਲਿਆਂ ਨੂੰ ਜੌਨ ਚੈਪਟਰ 15 ਦੇ ਵਿੱਚ ਖਾਸ ਵਰਸ ਕਹੇ ਸੀ, 2 ਆਇਤਾਂ ਯਾਦ ਕਰਾਈਆਂ ਸੀ। ਉਹ ਕਹਿੰਦੇ, ਯਾਦ ਰੱਖੋ ਮੈਂ ਤੁਹਾਨੂੰ ਕੀ ਆਖਿਆ ਸੀ, ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਉਹਨਾਂ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ, ਅਤੇ ਜੇਕਰ ਉਹਨਾਂ ਮੇਰਾ ਉਪਦੇਸ਼ ਮੰਨਿਆ ਤਾਂ ਤੁਹਾਡਾ ਵੀ ਮੰਨਣਗੇ। ਪਰ ਉਹ ਸਾਰੀਆਂ ਗੱਲਾਂ ਮੇਰੇ ਨਾਮ ਦੇ ਕਾਰਨ, ਕਾਹਦੇ ਕਰਕੇ? ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ, ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ। ਐਂਡ ਦੈਟਸ ਸੋ ਟਰੂ। ਅੱਜ ਕਿੰਨੇ ਲੋਕ ਆ ਜਿਹੜੇ ਕਲੇਮ ਕਰਦੇ ਆ ਕਿ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ, ਪਰ ਪ੍ਰਭੂ ਯਿਸੂ ਮਸੀਹ ਕਹਿੰਦੇ ਅਗਰ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੁੰਦੇ ਤਾਂ ਤੁਸੀਂ ਇਹ ਵੀ ਜਾਣਦੇ ਜਿਸ ਨੂੰ ਉਸਨੇ ਘੱਲਿਆ ਔਰ ਕਿਉਂ ਘੱਲਿਆ। ਔਰ ਉਹ ਕਹਿੰਦੇ ਕਿ ਜਿਹੜਾ ਤੁਹਾਡੇ ਤੇ ਸਤਾਓ ਆਊਗਾ, ਜਿਹੜਾ ਤੁਹਾਨੂੰ ਸਤਾਇਆ ਜਾਊਗਾ, ਕਿਸ ਕਰਕੇ? ਮੇਰੇ ਨਾਮ ਦੇ ਕਰਕੇ। ਔਰ ਚੇਲਿਆਂ ਦੇ ਉੱਪਰ ਕੀ ਦੋਸ਼ ਲੱਗ ਰਿਹਾ ਕਿ ਤੁਸੀਂ ਯਿਸੂ ਦੇ ਨਾਮ ਦੇ ਵਿੱਚ ਪ੍ਰਚਾਰ ਨਹੀਂ ਕਰਨਾ। ਔਰ ਚੇਲੇ ਕੀ ਕਹਿ ਰਹੇ ਆ? ਸਾਡੇ ਲਈ ਕੀ ਜ਼ਰੂਰੀ ਆ ਕਿ ਅਸੀਂ ਤੁਹਾਡੀ ਗੱਲ ਮੰਨੀਏ
ਕਿ ਅਸੀਂ ਪਰਮੇਸ਼ਵਰ ਦੀ ਗੱਲ ਮੰਨੀਏ, ਕਿਹਦੇ ਆਗਿਆਕਾਰ ਰਹੀਏ। ਔਰ ਮੈਂ 2 ਹਫ਼ਤੇ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਯਿਸੂ ਨਾਮ ਦੇ ਵਿੱਚ ਤਾਕਤ ਆ। ਕਿਸੇ ਪਾਸਵਾਨ 'ਚ ਤਾਕਤ ਨਹੀਂ, ਕਿਸੇ ਪ੍ਰੀਚਰ ਦੇ ਵਿੱਚ ਤਾਕਤ ਨਹੀਂ, ਸਾਡੇ ਕਿਸੇ ਵਿੱਚ ਤਾਕਤ ਨਹੀਂ। ਯਿਸੂ ਨਾਮ ਦੇ ਵਿੱਚ ਬਦਰੂਆਂ ਵੀ ਨਿਕਲਦੀਆਂ, ਯਿਸੂ ਨਾਮ ਦੇ ਵਿੱਚ ਸ਼ਿਫਾ ਮਿਲਦੀ ਆ, ਯਿਸੂ ਨਾਮ ਦੇ ਵਿੱਚ ਲੋਕਾਂ ਨੂੰ ਪਾਪਾਂ ਤੋਂ ਮਾਫੀ ਮਿਲਦੀ ਪਈ ਆ। ਔਰ ਲੋਕ ਜਿਹੜੇ ਹੈਗੇ ਆ ਉਹ ਮਾਫੀ ਲੈ ਕੇ ਪਰਮੇਸ਼ਵਰ ਉਹਨਾਂ ਨੂੰ ਅੰਦਰੋਂ ਬਦਲ ਰਿਹਾ। ਪਰ ਜਿਹੜੇ ਹਨੇਰੇ ਵਾਸੀ ਦੇ ਲੋਕ ਆ ਉਹ ਇਹਨਾਂ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ। ਸੋ ਦਾ ਰੀਜ਼ਨ ਕੀ ਆ ਜਿਹੜਾ ਚੇਲਿਆਂ ਦੇ ਉੱਪਰ ਇੰਨਾ ਪਰਸੀਕਿਊਸ਼ਨ ਹੋਇਆ? ਕੀ ਰੀਜ਼ਨ ਆ? ਸਾਰਿਆਂ ਨਾਲੋਂ ਪਹਿਲਾਂ ਜਿਹੜੇ ਚਮਤਕਾਰ ਹੋ ਰਹੇ ਆ, ਮੈਰੀਕਲ ਕਿੰਨੇ ਹੋ ਰਹੇ ਆ। ਜਦੋਂ ਤੁਹਾਨੂੰ ਪਤਾ, ਜਿਸ ਵੇਲੇ ਪ੍ਰਭੂ ਯਿਸੂ ਮਸੀਹ ਦਾ ਪਤਾ ਲੱਗ ਜਾਂਦਾ ਸੀ ਲੋਕਾਂ ਨੂੰ ਕਿ ਉਹ ਇਸ ਪਿੰਡ ਵਿੱਚ, ਤੇ ਭੀੜ ਦੀ ਭੀੜ ਜਿਹੜੀ ਸੀ ਉੱਥੇ ਆ ਜਾਂਦੀ ਸੀ ਸ਼ਿਫਾ ਲੈਣ ਦੇ ਲਈ। ਔਰ ਮੈਂ ਲਾਸਟ ਵੀਕ YouTube ਤੇ ਮੂਵੀ ਦੇਖਦਾ ਪਿਆ ਸੀ। ਅੰਮ੍ਰਿਤਸਰ ਦੇ ਵਿੱਚ ਇੱਕ ਚਰਚ ਹੈਗੀ ਆ, ਔਰ ਇੰਨੇ ਲੋਕ ਉੱਥੇ ਆਉਂਦੇ ਆ ਸ਼ਿਫਾ ਲੈਣ ਦੇ ਲਈ। ਔਰ ਲੋਕੀ ਕਹਿੰਦੇ ਕਿ ਨਹੀਂ ਜੀ, ਇਹ ਜਿਹੜੇ ਪਾਸਟਰ ਹੈਗੇ ਆ ਇਹ ਪ੍ਰਭੂ ਵੱਲੋਂ ਨਹੀਂ ਹੈਗੇ, ਤੇ ਉੱਦਾਂ ਹੀ ਇਹਨਾਂ ਨੇ ਆਪਣਾ ਕੰਮ ਕੀਤਾ ਹੋਇਆ। ਪਰ ਉਹ ਲੋਕ ਜਿਹੜੀ ਆ ਭੀੜ ਇੰਨੀ ਸ਼ਿਫਾ ਲੈਣ ਦੇ ਲਈ ਆਉਂਦੀ ਆ, ਔਰ ਉਹ ਪਾਸਟਰ ਕਹਿੰਦੇ ਕਿ ਮੈਂ ਤਾਂ ਕੁਛ ਨਹੀਂ ਕਰ ਰਿਹਾ, ਕਹਿੰਦੇ ਕਿ ਮੈਂ ਤਾਂ ਜਿੱਦਾਂ ਸਾਨੂੰ ਪ੍ਰਭੂ ਦੇ ਵਚਨ 'ਚ ਸਿਖਾਇਆ, ਜੀਸਸ ਦੇ ਨਾਮ ਦੇ ਵਿੱਚ ਦੁਆ ਕਰਦਾ ਤੇ ਲੋਕ ਚੰਗੇ ਹੋ ਰਹੇ ਆ। ਔਰ TV ਵਾਲਿਆਂ ਨੇ, ਰਿਪੋਰਟਰਾਂ ਨੇ ਜਾ ਕੇ ਰਿਪੋਰਟ ਲੈਣੀ ਚਾਹੀ, ਦੇਖਣਾ ਚਾਹਿਆ ਕਿ ਇਹ ਕਿਤੇ ਦਿਖਾਵਾ ਤਾਂ ਨਹੀਂ ਕਰਦੇ ਪਾਸਟਰ, ਪੈਸੇ ਦੇ ਕੇ ਕਿਤੇ ਲੋਕਾਂ ਨੂੰ ਤਾਂ ਨਹੀਂ ਕਹਿੰਦੇ ਕਿ ਤੁਸੀਂ ਠੀਕ ਹੋ ਗਏ ਆ। ਤੇ ਉਹਨਾਂ ਨੇ ਪਤਾ ਕੀਤਾ, ਤੇ ਜਿਹੜੇ 10-10 ਸਾਲ ਤੋਂ ਲੋਕ ਜਿਹੜੇ ਠੀਕ ਹੋਏ ਆ, ਕਿਤੋਂ ਠੀਕ ਨਹੀਂ ਹੁੰਦੇ ਸੀ, ਉਹਨਾਂ ਨੇ ਗਵਾਹੀ ਦਿੱਤੀ ਕਿ ਪ੍ਰਭੂ ਯਿਸੂ ਨੇ ਸਾਨੂੰ ਠੀਕ ਕੀਤਾ, ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੈਗੀ, ਅਸੀਂ ਕਿਤੋਂ ਠੀਕ ਨਹੀਂ ਹੋਏ ਸੀਗੇ। ਤੇ ਉੱਥੇ ਉਹ ਕੋਈ ਐਸੀ ਚੀਜ਼ ਨਹੀਂ ਲੱਭ ਸਕੇ ਜਿਸ ਦੇ ਵਿੱਚ ਉਹ ਕਹਿਣ ਕਿ ਚਰਚ ਜਾਂ ਪਾਸਟਰ ਕਿਸੇ ਨੂੰ ਪੈਸੇ ਦੇ ਕੇ ਕਹਿੰਦੇ ਕਿ ਤੁਸੀਂ ਗਵਾਹੀ ਦਿਓ ਅਸੀਂ ਠੀਕ ਹੋ ਗਏ ਹਾਂ। ਭੀੜਾਂ ਦੀ ਭੀੜ ਉੱਥੇ ਜਿਹੜੀ ਆ ਕੇ ਠੀਕ ਹੋਈ ਆ। ਔਰ ਉਹ ਪਾਸਟਰ ਕਹਿੰਦੇ ਕਿ ਸਿੰਪਲੀ ਅਸੀਂ ਤਾਂ ਜਿਸ ਤਰ੍ਹਾਂ ਸਾਨੂੰ ਪ੍ਰਭੂ ਨੇ ਕਮਾਂਡ ਕੀਤਾ, ਵੀ ਡੂ ਇਟ, ਐਂਡ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ, ਅਸੀਂ ਨਹੀਂ ਕੁਛ ਵੀ ਵਿੱਚੋਂ ਕਰਦੇ, ਇਹ ਸਾਡਾ ਪ੍ਰਭੂ ਹੈ ਜਿਹੜਾ ਕਰਦਾ ਹੈਗਾ। ਸੋ ਬਹੁਤ ਚਮਤਕਾਰ ਉਸ ਵੇਲੇ ਵੀ ਹੋ ਰਹੇ ਸੀ, ਅੱਜ ਵੀ ਹੋ ਰਹੇ ਆ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਦੋਂ ਯਿਸੂ ਮਸੀਹ ਨੂੰ ਖਤਮ ਕਰਨਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਸੀਗਾ ਕਿ ਚਮਤਕਾਰ ਕਰਦੇ ਆ। ਅੱਜ ਇਸੇ ਤਰ੍ਹਾਂ ਜਿਹੜੇ ਹੈਗੇ ਉਹ ਚੇਲਿਆਂ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ ਹੈਗੇ ਆ। ਔਰ ਫਿਰ ਅਸੀਂ ਦੇਖਦੇ ਹਾਂ 12 ਤੋਂ 16 ਆਇਤ ਵਿੱਚ ਕਿ ਹੋਰ ਰੀਜ਼ਨ ਕੀ ਸੀਗਾ। ਗ੍ਰੇਟ ਯੂਨਿਟੀ ਜਿਹੜੀ ਆ ਉਹਨਾਂ ਦੇ ਵਿੱਚ ਹੋ ਰਹੀ ਆ, ਲੋਕ ਜਿਹੜੇ ਆ ਇਕੱਠੇ ਹੋ ਰਹੇ ਆ, ਇੱਕ ਮਨ ਇੱਕ ਸੋਚ ਹੋ ਕੇ ਲੋਕ ਜਿਹੜੇ ਆ ਨਾ ਉਹ ਇਕੱਠੇ ਹੁੰਦੇ ਪਏ ਆ। ਕਿੱਥੇ ਤਾਂ ਇਕੱਲੇ 12 ਚੇਲੇ ਸੀ, 120 ਚੇਲੇ ਸੀ ਜਿਹੜੇ ਕਮਰੇ 'ਚ ਪ੍ਰਾਰਥਨਾ ਕਰਦੇ ਪਏ ਸੀ। ਪਰ ਹੁਣ ਕੀ ਹੋਇਆ, ਅਸੀਂ ਦੇਖਿਆ 3000, 5000, ਫਿਰ ਅੱਗੇ ਜਾ ਕੇ ਲਿਖਿਆ ਕਿ ਬਹੁਤ ਸਾਰੀ ਲੋਕ ਜਿਹੜੇ ਸੀ, ਬਹੁਤ ਸਾਰੀ ਭੀੜ ਜਿਹੜੀ ਉਹਨਾਂ ਦੇ ਵਿੱਚ ਇਕੱਠੀ ਹੋ ਗਈ ਆ। ਔਰ ਤੁਸੀਂ ਦੇਖੋ ਕਿ ਇੱਕ ਖਾਨਦਾਨ ਐਸਾ ਬਣਦਾ ਪਿਆ ਜਿਹਦੇ ਵਿੱਚ ਕੋਈ ਕਿਸੇ ਦਾ ਧਨ ਦੌਲਤ ਵੱਖਰਾ ਨਹੀਂ, ਜਿਸ ਦੀ ਜੋ ਜ਼ਰੂਰਤ ਆ ਉਸ ਦੇ ਮੁਤਾਬਕ ਉਸ ਨੂੰ ਦਿੱਤਾ ਜਾ ਰਿਹਾ। ਸੋ ਯੂਨਿਟੀ ਹੁੰਦੀ ਪਈ ਆ, ਇੱਕ ਦੂਸਰੇ ਦੀ ਮਦਦ ਹੁੰਦੀ ਪਈ ਆ। ਔਰ ਫਿਰ ਤੀਸਰੀ ਚੀਜ਼ ਕੀ ਆ ਇਸ ਪਰਸੀਕਿਊਸ਼ਨ ਦੀ, ਕਿ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਹੁਣ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੇ ਚੇਲੇ ਆ ਉਹ ਡਰਦੇ ਨਹੀਂ, ਹੁਣ ਉੱਠਦੇ ਸਾਰੀ ਮੰਦਿਰ 'ਚ ਚਲੇ ਜਾਂਦੇ ਆ। ਮੀਟਿੰਗ ਹੁੰਦੀ ਆ, ਔਰ ਮੀਟਿੰਗ ਦੇ ਵਿੱਚ ਲੋਕ ਜਿਹੜੇ ਆ ਉਹ ਚੰਗੇ ਹੁੰਦੇ ਆ। ਔਰ ਜਿਸ ਵੇਲੇ ਲੋਕ ਚੰਗੇ ਹੁੰਦੇ ਆ ਉਹ ਹੋਰਾਂ ਨੂੰ ਲੈ ਕੇ ਆਉਂਦੇ ਆ। ਔਰ ਇਸ ਕਰਕੇ ਜਿਹੜੇ ਧਰਮ ਗ੍ਰੰਥੀ ਤੇ ਫਰੀਸੀ ਆ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਲੋਕ ਇੱਧਰੋਂ ਛੱਡ ਕੇ ਉਸ ਪਾਸੇ ਨੂੰ ਜਾਣ। ਔਰ ਫਿਰ ਕੀ ਆ, ਚੌਥੀ ਚੀਜ਼ ਕੀ ਆ, ਬੀਇੰਗ ਸੈਪਰੇਟਡ ਐਂਡ ਡਿਫਰੈਂਟ ਫਰੋਮ ਦੀ ਵਰਲਡ। ਜਿੱਦਾਂ ਸੰਸਾਰ ਦੇ ਨਾਲੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਅਲੱਗ ਕਰ ਦਿੰਦਾ। ਜਿਸ ਵੇਲੇ ਅਸੀਂ ਪ੍ਰਭੂ ਦੇ ਕੋਲੇ ਆਉਂਦੇ ਆ, ਸਾਨੂੰ ਪ੍ਰਭੂ ਚੁਣ ਕੇ ਸੰਸਾਰ ਵਿੱਚੋਂ ਅਲੱਗ ਕਰ ਦਿੰਦਾ। ਸਾਡਾ ਫੋਕਸ ਇਸ ਧਰਤੀ ਤੇ ਨਹੀਂ ਰਹਿੰਦਾ, ਸਾਡਾ ਫੋਕਸ ਜਿਹੜਾ ਹੈਵਨਲੀ ਚੀਜ਼ਾਂ ਤੇ ਲੱਗ ਜਾਂਦਾ। ਹਾਲੇਲੂਇਆ। ਅਸੀਂ ਹੈਵਨਲੀ ਚੀਜ਼ਾਂ ਦੇ ਲਈ, ਸਾਨੂੰ ਪਤਾ ਕਿ ਅਸੀਂ ਧਰਤੀ ਤੇ ਯਾਤਰੀ ਆ, ਅਸੀਂ ਥੋੜੇ ਸਮੇਂ ਲਈ ਆਏ ਆ, ਥੋੜੇ ਸਮੇਂ ਬਾਅਦ ਅਸੀਂ ਚਲਾ ਜਾਣਾ। ਔਰ ਇਸੇ ਤਰੀਕੇ ਨਾਲ ਉਹ ਸਾਰੇ ਲੋਕ ਸੀ ਜਿਹੜੇ ਜਦੋਂ ਉਹਨਾਂ ਦਾ ਧਿਆਨ ਸਵਰਗੀ ਚੀਜ਼ਾਂ ਤੇ ਲੱਗਿਆ ਤੇ ਉਹਨਾਂ ਨੇ ਧਰਤੀ ਦਾ ਸਾਰਾ ਕੁਝ ਵੇਚ ਕੇ ਚੇਲਿਆਂ ਦੇ ਚਰਨਾਂ 'ਚ ਲਿਆ ਕੇ ਰੱਖ ਦਿੱਤਾ। ਔਰ ਉਹਨਾਂ ਨੂੰ ਹੈਰਾਨੀ ਆ ਕਿ ਵੀ ਪਹਿਲਾਂ ਤਾਂ ਇਹ ਸਭ ਕੁਝ ਹੋਇਆ ਨਹੀਂ,
ਹੁਣ ਲੋਕਾਂ ਦੇ ਵਿੱਚ ਇਹ ਤਬਦੀਲੀ ਆਉਂਦੀ ਪਈ ਆ। ਔਰ ਫਿਰ ਕੀ ਹੋ ਰਿਹਾ, ਪੰਜਵਾਂ ਜਿਹੜਾ ਰੀਜ਼ਨ ਹੈਗਾ, ਰੀਚਿੰਗ ਆਊਟ ਐਂਡ ਇਵੈਂਜਲਾਈਜ਼ਿੰਗ। ਉਹ ਹੁਣ ਉਹ ਸਾਰੇ ਲੋਕਾਂ ਨੂੰ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਗਾਂਹ ਦੀ ਗਾਂਹ ਰੀਚ ਕਰ ਰਹੇ ਆ। ਉਹ ਯਿਸੂ ਮਸੀਹ ਦਾ ਨਾਮ ਉਹਨਾਂ ਨੂੰ ਦੱਸ ਰਹੇ ਆ ਕਿ ਦੇਖੋ ਯਿਸੂ ਨੇ ਸਾਡੇ ਠੀਕ ਕਰ ਦਿੱਤੇ ਆ, ਤੁਹਾਡੇ ਵੀ ਹੋ ਜਾਣੇ ਆ। ਜਿਸ ਤਰ੍ਹਾਂ ਇੱਕ ਅਧਰੰਗੀ ਨੂੰ ਮੰਜੀ ਦੇ ਉੱਪਰ ਪਾ ਕੇ ਲਿਆਏ, ਉਹ ਠੀਕ ਹੋਏ, ਉਹ ਉਸ ਨੂੰ ਲੈ ਕੇ ਆਏ ਕਿ ਤੂੰ ਵੀ ਠੀਕ ਹੋ ਜਾਏਗਾ। ਇਦਾਂ ਹੀ ਚਰਚ ਵਿੱਚ ਅੱਜ ਭੈਣ ਭਰਾ ਜਿਹੜਾ ਠੀਕ ਹੁੰਦਾ ਉਹ ਦੂਸਰੇ ਨੂੰ ਦੱਸਦਾ, ਮੈਂ ਵੀ ਇਸ ਮੁਸੀਬਤ ਵਿੱਚ ਸੀ, ਪ੍ਰਭੂ ਨੇ ਮੈਨੂੰ ਸ਼ਿਫਾ ਦਿੱਤੀ ਆ, ਤੁਹਾਨੂੰ ਵੀ ਪ੍ਰਭੂ ਦੇਊਗਾ। ਸੋ ਇਸ ਤਰੀਕੇ ਨਾਲ ਕੀ ਆ, ਉਹ ਰੀਚ ਆਊਟ ਕਰਦੇ ਪਏ ਆ। ਫਿਰ ਅਸੀਂ 6ਵੀਂ ਆਇਤ ਵਿੱਚ ਉੱਥੇ ਦੇਖਦੇ 6ਵੀਂ ਚੀਜ਼ ਕਿ ਬਹੁਤ ਸਾਰੇ ਲੋਕੀ ਇਕੱਠੇ ਹੋ ਕੇ ਆਏ, ਭੀੜ ਜਿਹੜੀ ਸੀਗੀ ਅਟਰੈਕਟ, ਉਹਨਾਂ ਨੇ ਹਿਊਜ ਜਿਹੜਾ ਕਰਾਊਡ ਸੀ ਉਹਨੂੰ ਅਟਰੈਕਟ ਕਰ ਲਿਆ। ਜਿੱਦਾਂ ਅੱਗੇ ਲੋਕੀ ਯਿਸੂ ਮਸੀਹ ਨੂੰ ਦੇਖਣ ਆਉਂਦੇ ਸੀਗੇ, ਹੁਣ ਪਤਰਸ ਨੂੰ ਵੀ ਇਹ ਆ ਕਿ ਪਤਰਸ ਜਿੱਥੋਂ ਦੀ ਉਹਦੀ ਪਰਛਾਈ ਲੰਘਦੀ ਉੱਥੋਂ ਦੀ ਲੋਕੀ ਠੀਕ ਹੋ ਜਾਂਦੇ ਆ। ਤੇ ਬੜੀ ਜਿਹੜੀ ਭੀੜ ਹੈਗੀ ਆ ਉਹ ਅਟਰੈਕਟ ਹੋਈ ਉਹਨਾਂ ਦੇ ਉੱਪਰੋਂ। ਤੇ ਲਾਸਟ ਜਿਹੜਾ 7ਵਾਂ ਰੀਜ਼ਨ ਹੈਗਾ ਉਹ ਹੈਗਾ ਕਿ ਮੀਟਿੰਗ ਦੀ ਨੀਡਸ ਆਫ ਪਬਲਿਕ ਬੋਥ ਫਿਜ਼ੀਕਲ ਐਂਡ ਸਪਿਰਿਚੁਅਲ। ਜਿਹੜੇ ਲੋਕੀ ਆ ਉਹਨਾਂ ਨੂੰ ਦੇਖੋ ਫਿਜ਼ੀਕਲ ਨੀਡ ਜਿਹੜੀ ਉਹਨਾਂ ਦੀ ਆ, ਜਿਸ ਵੇਲੇ ਕਿਸੇ ਦੇ ਕੋਲੇ ਕੁਝ ਖਾਣ ਨੂੰ ਨਹੀਂ ਹੈਗਾ, ਉਹਨਾਂ ਨੇ ਪੈਸਾ ਇਕੱਠਾ ਕੀਤਾ ਹੋਇਆ, ਜ਼ਰੂਰਤ ਮੁਤਾਬਕ ਉਹ ਜਿਹੜੀ ਜੋ ਜ਼ਰੂਰਤ ਹੈ ਉਸ ਨੂੰ ਉਹ ਦੇ ਰਹੇ ਆ। ਪਰ ਪੈਸਾ ਦੇਣਗੇ ਫਿਰ ਖਤਮ ਹੋ ਜਾਊਗਾ। ਪਰ ਸਾਰਿਆਂ ਨਾਲੋਂ ਵੱਡੀ ਸਪਿਰਿਚੁਅਲ ਨੀਡ ਕੀ ਆ, ਕਿ ਉਹ ਇੱਕਮਾਤਰ ਜਿੰਦਾ ਪਰਮੇਸ਼ਵਰ ਨੂੰ ਜਾਣ, ਯਿਸੂ ਮਸੀਹ ਨੂੰ ਜਾਣ। ਔਰ ਅਸੀਂ ਪਤਰਸ ਦੇ ਸਰਮਨ ਦੇ ਵਿੱਚ ਦੇਖਿਆ ਕਿ ਇੱਕ ਵੀ ਮੈਸੇਜ ਐਸਾ ਨਹੀਂ ਸੀ ਜਿੱਥੇ ਪਤਰਸ ਨੇ ਯਿਸੂ ਮਸੀਹ ਦੇ ਮਰਨ ਦੇ ਬਾਰੇ, ਜੀ ਉੱਠਣ ਦੇ ਬਾਰੇ ਔਰ ਸਵਰਗ ਉਠਾਏ ਜਾਣ ਦੇ ਬਾਰੇ ਨਾ ਦੱਸਿਆ ਹੋਵੇ। ਔਰ ਉਹ ਸਾਰੀ ਯੋਜਨਾ ਦੱਸਦਾ ਕਿ ਯਿਸੂ ਦੀ ਮੌਤ ਕਿਉਂ ਹੋਈ, ਸਾਡੇ ਪਾਪਾਂ ਦੇ ਕਰਕੇ। ਯਿਸੂ ਮੁਰਦਿਆਂ 'ਚ ਕਿਵੇਂ ਜੀ ਉੱਠਿਆ, ਜਿੱਦਾਂ ਉਹ ਜੀ ਉੱਠਿਆ ਅਸੀਂ ਵੀ ਜਿਹੜੇ ਵਿਸ਼ਵਾਸ ਕਰਦੇ ਹਾਂ ਜੀ ਉੱਠਾਂਗੇ। ਔਰ ਜਿੱਦਾਂ ਉਹ ਸਵਰਗ ਉਠਾਇਆ ਗਿਆ ਅਸੀਂ ਵੀ ਇੱਕ ਦਿਨ ਪਰਮੇਸ਼ਵਰ ਦੇ ਨਾਲ ਜਾਵਾਂਗੇ। ਸੋ ਪਤਰਸ ਪੂਰੀ ਉਸ ਗੱਲ ਨੂੰ ਲੋਕਾਂ ਦੇ ਨਾਲ ਸ਼ੇਅਰ ਕਰਦਾ ਔਰ ਲੋਕੀ ਵਿਸ਼ਵਾਸ ਕਰਦੇ ਆ ਆਪਣੇ ਪਾਪਾਂ ਤੋਂ ਸ਼ਿਫਾ ਲੈ ਕੇ। ਜਿਸ ਵੇਲੇ ਅਸੀਂ ਪ੍ਰਭੂ ਨੂੰ ਆਪਣੇ ਜੀਵਨ 'ਚ ਗ੍ਰਹਿਣ ਕੀਤਾ, ਆਪਣੇ ਪਾਪਾਂ ਦੀ ਮਾਫੀ ਲਈ, ਸਾਡੇ ਸਭ ਦੇ ਜੀਵਨ ਬਦਲੇ। ਕੋਈ ਨਹੀਂ ਕਹੂਗਾ ਕਿ ਮੈਂ ਉਸ ਤੋਂ ਬਾਅਦ ਉਸੇ ਤਰ੍ਹਾਂ ਦਾ ਰਿਹਾ, ਸਾਡੇ ਸਭ ਦੇ ਜੀਵਨ ਬਦਲੇ। ਔਰ ਜਿਸ ਵੇਲੇ ਵੀ ਇਨਸਾਨ ਪ੍ਰਭੂ ਨੂੰ ਆਪਣੇ ਜੀਵਨ 'ਚ ਕਬੂਲ ਕਰਦੇ ਆ, ਉਸ ਵੇਲੇ ਵੀ ਕਰਦੇ ਸੀ, ਉਹਨਾਂ ਦੇ ਵੀ ਜੀਵਨ ਬਦਲੇ। ਅੱਜ ਰਾਤ ਨੂੰ ਮੈਂ ਇੱਕ ਬ੍ਰਦਰ ਨੂੰ ਮਿਲਣਾ ਜਿਹੜੇ ਮੁਸਲਿਮ ਬੈਕਗਰਾਊਂਡ 'ਚੋਂ ਆ, ਸਿਸਟਰ ਕਮਲ ਹੋਣਾ ਨੇ ਉਹਨਾਂ ਦੇ ਨਾਲ ਵਚਨ ਸ਼ੇਅਰ ਕੀਤਾ ਸੀ, ਘਰੇ ਆਏ ਸੀਗੇ। ਤੇ ਮੈਂ ਉਸ ਦੇ ਨਾਲ ਫੋਨ ਗੱਲ ਕਰਕੇ ਮੈਂ ਮੀਟਿੰਗ ਬਣਾਈ ਕਿ ਮੈਂ ਬ੍ਰਦਰ ਜੀ ਤੁਹਾਨੂੰ ਮਿਲਣਾ, ਸਿਸਟਰ ਕਮਲ ਨੇ ਮੈਨੂੰ ਨੰਬਰ ਦਿੱਤਾ ਤੁਹਾਡਾ। ਉਹ ਤਾਂ ਮੇਰੀ ਗੱਲ ਸੁਣਨ ਦੀ ਬਜਾਏ ਇੰਨਾ ਐਕਸਾਈਟਡ ਹੋ ਗਿਆ, ਕਹਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੇ ਅੰਦਰ ਕੀ ਹੋ ਰਿਹਾ ਹੈ ਨਾ। ਮੈਂ ਉਹ ਚੀਜ਼ਾਂ ਕਰਦਾ ਸੀ ਜਿਹੜੀਆਂ ਰੱਬ ਮੈਨੂੰ ਦਿਖਾ ਰਿਹਾ ਕਿ ਉਹਨਾਂ ਨੂੰ ਮੈਂ ਘਿਰਨਾ ਕਰਦਾ, ਮੇਰੇ ਅੰਦਰ ਕੁਝ ਹੋ ਰਿਹਾ। ਮੈਂ ਕਿਹਾ ਬਸ ਇਹਦਾ ਮਤਲਬ ਕਿ ਪ੍ਰਭੂ ਤੁਹਾਡੇ ਅੰਦਰ ਆ ਗਿਆ। ਕਿਉਂਕਿ ਜਿਸ ਵੇਲੇ ਪ੍ਰਭੂ ਅੰਦਰ ਆ ਜਾਂਦਾ ਤਾਂ ਇਨਸਾਨ ਜਿਹੜਾ ਉਹ ਫਿਰ ਪੁਰਾਣਾ ਇਨਸਾਨ ਨਹੀਂ ਰਹਿੰਦਾ। ਸਾਡੇ ਨਾਲ ਭੈਣ ਅੱਜ ਬੈਠੀ ਹੋਈ ਹੈ, ਰਮਨ, ਪਹਿਲੀ ਵਾਰ ਸਾਡੇ ਪ੍ਰਭੂ ਦੇ ਘਰ 'ਚ ਆਈ ਹੈ। ਵੈਲਕਮ ਸਿਸਟਰ ਰਮਨ। ਭੈਣ ਨੂੰ ਕਿੰਨੀ ਦੇਰ ਤੋਂ ਨੀਂਦ ਨਹੀਂ ਆਉਂਦੀ ਸੀ। ਜਦੋਂ ਪ੍ਰਭੂ ਦਾ ਵਚਨ ਪੜ੍ਹਿਆ, ਪ੍ਰਭੂ ਨੂੰ ਆਪਣੇ ਜੀਵਨ 'ਚ ਗ੍ਰਹਿਣ ਕੀਤਾ, ਕਹਿੰਦੀ ਬ੍ਰਦਰ ਜੀ ਮੈਂ ਇੱਦਾਂ ਸੁੱਤੀ ਹਾਂ, ਮੈਨੂੰ ਜਿੱਦਾਂ ਆਏ ਸੀ ਕਿ ਹੁਣ ਮੈਂ ਖੂਬ ਆਪਣੀ ਨੀਂਦ ਪੂਰੀ ਕਰ ਲਵਾਂ। ਕਿਹਨੇ ਕੀਤਾ? ਪ੍ਰਭੂ ਯਿਸੂ ਨੇ ਕੀਤਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਦੇ ਲੜ ਲੱਗ ਗਏ ਆ ਔਰ ਪ੍ਰਭੂ ਯਿਸੂ ਜਿਹੜਾ ਹੈਗਾ ਉਹ ਇਹ ਕੰਮ ਕਰਦਾ। ਸੋ ਅਸੀਂ ਦੇਖਦੇ ਹਾਂ ਕਿ ਚੇਲਿਆਂ ਨੇ ਜੋ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਹ ਕੀਤਾ। ਤੇ ਇਸ ਦਾ ਨਤੀਜਾ ਕੀ ਹੋਇਆ? ਨਤੀਜੇ ਦੇ ਨਾਲ ਕੀ ਹੋਇਆ? ਪ੍ਰਮੁੱਖ ਚੇਲਿਆਂ ਤੇ ਅਤਿਆਚਾਰ। 17ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ, 17-18 ਆਇਤ ਵਿੱਚ। ਤਾਂ ਫਿਰ ਇਸ ਤੇ ਮਹਾਪੁਰੋਹਿਤ ਤੇ ਉਸਦੇ ਸਾਰੇ ਸਾਥੀ ਅਰਥਾਤ ਸਥਾਨਕ ਸਦੂਕੀ ਦਲ ਦੇ ਲੋਕੀ ਈਰਖਾ ਨਾਲ ਭਰ ਗਏ, ਜੈਲਸ ਹੋਣ ਲੱਗ ਗਈ ਕਿ ਵੀ ਲੋਕ ਭੀੜ ਜਿਹੜੀ ਆ ਉਹ ਇੱਥੇ ਜਾ ਰਹੀ ਆ। ਤੇ ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ। ਪਰਮੇਸ਼ਵਰ ਨੇ ਆਪਣੇ ਬੱਚਿਆਂ ਨੂੰ ਚੁਣਿਆ, ਪਰਮੇਸ਼ਵਰ ਆਪਣੇ ਬੱਚਿਆਂ ਨੂੰ ਵਚਨ ਦਿੰਦਾ, ਪਰਮੇਸ਼ਵਰ ਨੇ ਉਹਨਾਂ ਨੂੰ ਆਤਮਾ ਦਿੱਤਾ, ਪਰਮੇਸ਼ਵਰ ਨੇ ਸ਼ਕਤੀ ਦਿੱਤੀ। ਹੁਣ ਜਦੋਂ ਉਹ ਉੱਥੇ ਚਲੇ ਗਏ ਹਵਾਲਾਤ ਦੇ ਵਿੱਚ, ਤਾਂ ਫਿਰ 19 ਤੋਂ ਲੈ ਕੇ 21 ਆਇਤ ਵਿੱਚ ਕੀ ਦੇਖਦੇ ਅਸੀਂ? ਪਰਮੇਸ਼ਵਰ ਦੀ ਮਦਦ ਦੇਖਦੇ ਹਾਂ। ਪਰ ਰਾਤ ਦੇ ਵੇਲੇ ਇੱਕ ਸਵਰਗ ਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਜਾਓ ਮੰਦਿਰ ਵਿੱਚ ਖੜੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਗੱਲਾਂ ਦੱਸੋ।
ਜਿਹੜੀ ਇੰਪੋਰਟੈਂਟ ਚੀਜ਼ ਆ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਕਹੀ ਸੀ, ਉਹ ਇਹ ਆ ਕਿ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਓ ਜਾ ਕੇ। ਹੀਲਿੰਗ ਤਾਂ ਇੱਕ ਜਰੀਆ ਹੈਗਾ ਕਿ ਉਹ ਹੀਲਿੰਗ ਦੇ ਜਰੀਏ ਪ੍ਰਭੂ ਦੇ ਕੋਲੇ ਆਉਂਦੇ ਆ, ਪਰ ਜਿਹੜੀ ਮੋਸਟ ਇੰਪੋਰਟੈਂਟ ਥਿੰਗ ਆ ਉਹ ਹੈਗੀ ਆ ਕਿ ਉਹਨਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾਵੇ, ਉਹਨਾਂ ਦੇ ਪਾਪ ਮਾਫ ਹੋ ਸਕਣ। ਔਰ ਉਹ ਕਹਿੰਦੇ ਕਿ ਉਹਨਾਂ ਨੂੰ ਜਾਓ ਤੇ ਇਸ ਨਵੇਂ ਜੀਵਨ ਬਾਰੇ ਸਭ ਗੱਲਾਂ ਦੱਸੋ। ਉਹਨਾਂ ਇਹ ਸੁਣਿਆ ਅਤੇ ਸਵੇਰ ਹੁੰਦਿਆਂ ਹੀ ਉਹ ਮੰਦਿਰ ਵਿੱਚ ਗਏ ਤੇ ਉਪਦੇਸ਼ ਦੇਣ ਲੱਗੇ। ਤਾਂ ਅਸੀਂ ਦੇਖਿਆ ਕਿ ਸਤਾਓ ਆਇਆ ਉਹਨਾਂ ਦੇ ਉੱਪਰ, ਰਾਈਟ, ਉਹਨਾਂ ਦੇ ਉੱਪਰ, ਉਹਨਾਂ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ, ਪਰ ਹਵਾਲਾਤ ਵਿੱਚ ਮਦਦ ਕੌਣ ਕਰ ਰਿਹਾ? ਸਵਰਗਦੂਤ ਜਾ ਕੇ, ਪਹਿਰਾ ਲੱਗਿਆ ਹੋਇਆ, ਦਰਵਾਜ਼ੇ ਬੰਦ ਆ, ਇਸ ਦੇ ਬਾਵਜੂਦ ਵੀ ਸਵਰਗਦੂਤ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਕੱਢ ਕੇ ਲਿਆ ਕੇ ਬਾਹਰ ਲਿਆ ਕੇ ਕਹਿੰਦਾ ਜਾਓ, ਜਾ ਕੇ ਤੁਸੀਂ ਪ੍ਰਚਾਰ ਕਰੋ। ਰਿਮੈਂਬਰ, ਇਹ ਉਹੀ ਪਤਰਸ ਆ ਜਿਸ ਨੇ 3 ਵਾਰ ਪ੍ਰਭੂ ਦਾ ਇਨਕਾਰ ਕੀਤਾ ਸੀ। ਹੁਣ ਇਹ ਉਹੀ ਪਤਰਸ ਆ ਜੋ ਜੇਲ੍ਹ ਦੇ ਵਿੱਚੋਂ ਨਿਕਲ ਕੇ ਆ ਕੇ ਸੁਬਾਹ, ਫਿਰ ਜਾਂਦੇ ਸਾਰ, ਸੁਬਾਹ ਹੁੰਦੇ ਸਾਰ ਹੀ ਪ੍ਰਚਾਰ ਕਰਨ ਦੇ ਲਈ ਨਿਕਲ ਗਿਆ। ਪਰਮੇਸ਼ਵਰ ਦਾ ਹੁਕਮ ਉਹਨਾਂ ਨੂੰ ਮਿਲਿਆ ਸਵਰਗਦੂਤ ਦੇ ਰਾਹੀਂ, ਪਰ ਨਾਲ ਹੀ ਨਾਲ ਉਹਨਾਂ ਦਾ ਐਕਸ਼ਨ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਫਿਰ ਜਿਹੜਾ ਸੀਗਾ ਨਾ, ਉਹ ਐਕਸ਼ਨ ਵੀ ਕੀਤਾ। ਜਿਹੜਾ ਪਰਸੀਕਿਊਸ਼ਨ ਸੀਗਾ, ਜਿਹੜਾ ਉਹਨਾਂ ਨੇ ਉਹਨਾਂ ਦੇ ਉੱਪਰ ਇਹ ਸਕੀਮ ਬਣਾਈ ਸੀ, ਉਸ ਨੂੰ ਕਿੱਦਾਂ ਫੇਲ ਕੀਤਾ ਪਰਮੇਸ਼ਵਰ ਨੇ, ਕਿੱਦਾਂ ਆਪਣੇ ਲੋਕਾਂ ਦੀ ਹਿਫਾਜ਼ਤ ਕੀਤੀ। ਅਸੀਂ ਇਸੇ 21ਵੀਂ ਆਇਤ ਤੋਂ ਦੇਖਦੇ ਹਾਂ, ਜਦੋਂ ਮਹਾਪੁਰੋਹਿਤ ਅਤੇ ਉਸਦੇ ਸਾਥੀ ਆਏ ਤਾਂ ਉਹਨਾਂ ਸਭਾ ਅਰਥਾਤ ਇਜ਼ਰਾਇਲ ਦੇ ਸਾਰੇ ਬਜ਼ੁਰਗਾਂ ਨੂੰ ਸੱਦਿਆ ਤੇ ਹਵਾਲਾਤ ਵਿੱਚ ਹੁਕਮ ਘੱਲਿਆ ਕਿ ਪ੍ਰਮੁੱਖ ਚੇਲਿਆਂ ਨੂੰ ਲਿਆਇਆ ਜਾਵੇ। ਪਰ ਪ੍ਰਮੁੱਖ ਚੇਲੇ ਤਾਂ ਉੱਥੇ ਹੈ ਹੀ ਨਹੀਂ ਗਏ। ਤੇ ਪਰ ਜਦੋਂ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪ੍ਰਮੁੱਖ ਚੇਲੇ ਉੱਥੇ ਨਾ ਮਿਲੇ, ਇਸ ਲਈ ਉਹਨਾਂ ਵਾਪਸ ਆ ਕੇ ਸਮਾਚਾਰ ਦਿੱਤਾ, ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਨਾਲ ਬੰਦ ਹਾਲਤ ਵਿੱਚ ਦੇਖਿਆ ਅਤੇ ਪਹਿਰਾਦਾਰਾਂ ਨੂੰ ਦਰਵਾਜ਼ੇ ਉੱਤੇ ਖੜੇ ਦੇਖਿਆ, ਪਰ ਜਦੋਂ ਅਸੀਂ ਬੂਹਾ ਖੋਲ੍ਹਿਆ ਤਾਂ ਕਿਸੇ ਨੂੰ ਅੰਦਰ ਨਾ ਦੇਖਿਆ। ਹਾਲੇਲੂਇਆ। ਦੇਖੋ ਪਰਮੇਸ਼ਵਰ ਦੇ ਕੰਮ। ਬੰਦ ਦਰਵਾਜ਼ਿਆਂ ਦੇ ਵਿੱਚੋਂ ਦੀ ਪ੍ਰਭੂ ਯਿਸੂ ਵੀ ਨਿਕਲੇ ਆਏ ਆ। ਇੱਥੇ ਪ੍ਰਭੂ ਯਿਸੂ ਮਸੀਹ ਨੇ ਸਵਰਗਦੂਤ ਦੇ ਰਾਹੀਂ ਪਹਿਰੇਦਾਰ ਉੱਥੇ ਖੜੇ ਹੋਏ ਆ, ਔਰ ਉਹਨਾਂ ਦੇ ਸਾਹਮਣੇ ਜਿੱਦਾਂ ਕਿਸੇ ਚੀਜ਼ ਨੂੰ ਸੂਈ ਦੀ ਤਰ੍ਹਾਂ ਕੱਢ ਕੇ ਲੈ ਜਾਂਦਾ ਪਰਮੇਸ਼ਵਰ, ਇਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਗਿਆ। ਤੇ ਕਹਿੰਦੇ ਅਸੀਂ ਬੜੀ ਚੰਗੀ ਤਰ੍ਹਾਂ ਨਾਲ ਆਏ। ਨਹੀਂ ਕਿ ਬੜੀ ਚੰਗੀ ਤਰ੍ਹਾਂ ਦਾ ਮਤਲਬ ਕੀ ਆ ਕਿ ਪ੍ਰੋਪਰ ਪਹਿਰੇਦਾਰ ਲਾਏ ਹੋਏ ਸੀਗੇ, ਪਹਿਰਾ ਦੇ ਰਹੇ ਸੀਗੇ, ਕੋਈ ਰਾਸਤਾ ਨਹੀਂ ਸੀ ਜਿੱਥੋਂ ਦੀ ਨਿਕਲ ਸਕਦੇ ਆ। ਪਰ ਪਰਮੇਸ਼ਵਰ ਦੇ ਕੰਮ ਜਿਹੜੇ ਆ ਉਹ ਆਪਣੇ ਬੱਚਿਆਂ ਲਈ ਇਸੇ ਤਰ੍ਹਾਂ ਹੁੰਦੇ ਆ। ਜਦੋਂ ਮੰਦਿਰ ਦੀ ਪੁਲਿਸ ਦੇ ਕਪਤਾਨ ਅਤੇ ਮਹਾਪੁਰੋਹਿਤ ਨੇ ਸੁਣਿਆ ਤਾਂ ਉਹ ਚਿੰਤਾ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ। ਇੰਨੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਸਮਾਚਾਰ ਦਿੱਤਾ, ਜਿਨ੍ਹਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਬੰਦ ਕੀਤਾ ਸੀ, ਉਹ ਮੰਦਿਰ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਦੇ ਰਹੇ ਆ। ਅਗਰ ਕੋਈ ਇਨਸਾਨ ਜੇਲ੍ਹ ਦੇ ਵਿੱਚੋਂ ਭੱਜੂਗਾ ਤਾਂ ਕਿੱਥੇ ਜਾਊਗਾ? ਉਹ ਸ਼ਰੇਆਮ ਪਬਲਿਕ ਵਿੱਚ ਜਾਊਗਾ? ਉਹਨੂੰ ਤਾਂ ਇਹ ਆ ਵੀ ਹੁਣ ਖਹਿੜਾ ਛੁੱਟਿਆ ਤੇ ਭੱਜ ਜੋ, ਕਿਤੇ ਜਾ ਕੇ ਛੁਪ ਜੋ। ਉਹ ਕਹਿੰਦੇ ਉਹ ਤਾਂ ਸ਼ਰੇਆਮ ਮੰਦਿਰ ਵਿੱਚ ਖੜੇ ਪ੍ਰਚਾਰ ਕਰਦੇ ਪਏ ਆ। ਉਹਨਾਂ ਨੂੰ ਕੋਈ ਨਹੀਂ ਕਿ ਸਾਨੂੰ ਫੇਰ ਫੜ ਕੇ ਜੇਲ੍ਹ ਵਿੱਚ ਪਾ ਦੇਣਗੇ। ਪਰ ਉਹਨਾਂ ਨੇ ਪਰਮੇਸ਼ਵਰ ਦੀ ਗੱਲ ਤੇ ਪੂਰਾ ਫੋਕਸ ਕੀਤਾ। ਸਵਰਗਦੂਤ ਨੇ ਜੋ ਕਿਹਾ ਉਸ ਦੀ ਗੱਲ ਤੇ ਫੋਕਸ ਕੀਤਾ। ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਅਗਰ ਸਾਡਾ ਪਰਮੇਸ਼ਵਰ ਅੱਜ ਜੇਲ੍ਹ ਦੇ ਵਿੱਚੋਂ ਕੱਢ ਸਕਦਾ ਤੇ ਕੱਲ ਨੂੰ ਵੀ ਕੱਢ ਸਕਦਾ। ਉਹ ਫੇਰ ਲੈ ਜਾਣਗੇ, ਫੇਰ ਕੱਢ ਲੂਗਾ। ਪਰ ਜਦ ਤੱਕ ਅਸੀਂ ਜਿਉਂਦੇ ਹਾਂ, ਅਸੀਂ ਉਹ ਨਾਮ ਜੋ ਸਾਰਿਆਂ ਨਾਮਾਂ ਤੋਂ ਉੱਚਾ, ਉਹ ਦੂਜਿਆਂ ਨਾਲ ਸਾਂਝਾ ਕਰਨਾ। ਸੋ ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਇਆ, ਪਰ ਬਲਪੂਰਵਕ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਥਰਾਓ ਨਾ ਕਰਨ। ਕਿਉਂਕਿ ਹੁਣ ਵੱਡੀ ਭੀੜ ਚੇਲਿਆਂ ਦੇ ਨਾਲ ਵੀ ਖੜੀ ਹੋ ਗਈ ਆ, ਔਰ ਉਹ ਡਰਦੇ ਪਏ ਆ ਕਿ ਜੇ ਅਸੀਂ ਇਹਨਾਂ ਦੇ ਨਾਲ ਕੀਤਾ, ਲੰਗੇ ਨੂੰ ਠੀਕ ਕੀਤਾ ਸੀ, ਤੇ ਉਹ ਕਹਿੰਦੇ ਵੀ ਅਸੀਂ ਕੀ ਬੁਰਾ ਕੀਤਾ ਸੀ, ਇੱਕ ਲੰਗੇ ਨੂੰ ਠੀਕ ਕੀਤਾ, ਔਰ ਅਸੀਂ ਨਹੀਂ ਕੀਤਾ। ਯਿਸੂ ਦੇ ਨਾਮ 'ਚ ਉੱਠ ਕੇ ਖੜਾ ਹੋਇਆ, ਤੇ ਤੁਸੀਂ ਸਾਨੂੰ ਕਿਸੇ ਠੀਕ ਕੀਤੇ ਦੇ ਬਾਰੇ ਕੀ ਪੁੱਛਦੇ ਪਏ ਹੋ? ਜਾਂ ਤਾਂ ਅਸੀਂ ਕੋਈ ਚੋਰੀ ਕੀਤੀ ਹੋਵੇ, ਜਾਂ ਅਸੀਂ ਕੋਈ ਡਾਕਾ ਮਾਰਿਆ ਹੋਵੇ, ਹੈ। ਤਾਂ ਇਸ ਕਰਕੇ ਜਿਹੜੇ ਉਹ ਲੋਕ ਫਿਰ ਉਹਨਾਂ ਨੂੰ ਲੈ ਕੇ ਆਏ ਤੇ ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ। ਮਹਾਪੁਰੋਹਿਤ ਨੇ ਉਹਨਾਂ ਤੋਂ ਪੁੱਛਿਆ, ਕੀ ਅਸੀਂ ਤੁਹਾਨੂੰ ਸਖਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਨਾਮ ਤੇ ਸਿੱਖਿਆ ਨਾ ਦੇਣਾ? ਚਰਚ, ਮੈਂ ਸਿੱਖ ਬੈਕਗਰਾਉਂਡ ਤੋਂ ਆਇਆ,
ਮੰਦਰ ਚਲੇ ਜਾਓ, नो प्रॉब्लम, ਮਸਜਿਦ ਚਲੇ ਜਾਓ, नो प्रॉब्लम, ਮਾਤਾ ਦੇ ਚਲੇ ਜਾਓ, नो प्रॉब्लम। ਪ੍ਰੋਬਲਮ ਕਿੱਥੇ ਆਉਂਦੀ ਆ? ਯਿਸੂ ਨਾਮ ਦੇ ਵਿੱਚ। ਯਿਸੂ ਨਾਮ ਲਿਆ ਨਹੀਂ ਤੇ ਘਰ ਦੇ ਵਿੱਚ ਕਲੇਸ਼ ਪਿਆ ਨਹੀਂ। ਆਪਣੀ ਸਕੀ ਭੈਣ ਨੂੰ ਮੈਂ 10 ਸਾਲ ਜਿੱਦਾਂ ਤੰਗ ਕੀਤਾ ਯਿਸੂ ਨਾਮ ਕਰਕੇ। ਸੋ ਜਿਹੜਾ ਉਹ ਕਹਿੰਦੇ ਤੁਹਾਨੂੰ ਸਖਤ ਮਨਾਹੀ ਕੀਤੀ ਸੀ। 3 ਚੀਜ਼ਾਂ ਉਹਨਾਂ ਨੇ ਜਿਹੜੀਆਂ ਸੀਗੀਆਂ, 3 ਦੋਸ਼ ਲਗਾਏ ਚੇਲਿਆਂ ਉੱਪਰ, ਸਭਾ ਦੇ ਉੱਪਰ ਖੜੇ ਆ। ਪਹਿਲਾ ਦੋਸ਼ ਕੀ ਆ? ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਯਿਸੂ ਦੇ ਨਾਮ ਦੇ ਉੱਪਰ ਪ੍ਰਚਾਰ ਨਹੀਂ ਕਰਨਾ, ਹੈ ਨਾ। ਦੂਸਰੀ ਚੀਜ਼ ਉਹ ਕਹਿੰਦੇ ਤੁਸੀਂ ਸਾਰਾ ਯਰੂਸ਼ਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ। ਇਹਦਾ ਮਤਲਬ ਕੀ ਆ? ਕਿ ਤੁਹਾਡੀ ਇੱਕ ਵੱਖਰੀ ਹੀ ਡਾਕਟਰਨ ਹੋ ਗਈ ਆ ਬਈ ਯਿਸੂ ਨਾਮ ਲਵੋ ਤੇ ਸਾਰਾ ਕੁਝ ਹੋ ਜਾਂਦਾ। ਉਹ ਕਹਿੰਦੇ ਕਿ ਵਿਵਸਥਾ ਦੇ ਅਨੁਸਾਰ ਹੋਣਾ, ਤੇ ਉਹ ਕਹਿੰਦੇ ਤੁਹਾਡੀ ਇੱਕ ਵੱਖਰੀ ਸਿੱਖਿਆ ਹੋ ਗਈ ਆ, ਫਾਲਸ ਡਾਕਟਰਨ ਹੋ ਗਈ ਆ, ਜੋ ਧਰਮ ਗ੍ਰੰਥੀਆਂ ਦੀ ਸਿੱਖਿਆ ਤੋਂ ਵੱਖਰੀ ਆ। ਔਰ ਤੀਸਰਾ ਦੋਸ਼ ਉਹਨਾਂ ਤੇ ਇਹ ਲਗਾਇਆ ਕਿ ਇਸ ਆਦਮੀ ਦਾ ਖੂਨ ਤੁਸੀਂ ਸਾਡੇ ਸਿਰ ਮੜਨਾ ਚਾਹੁੰਦੇ ਹੋ। ਚੇਲਿਆਂ ਨੂੰ ਉਹ ਕਹਿ ਰਹੇ ਆ। 3 ਦੋਸ਼ ਉਹਨਾਂ ਨੇ ਲਾਏ, ਹੈ ਨਾ, ਕਿ ਸਾਡੇ ਉੱਪਰ ਤੁਸੀਂ ਇਹ ਦੋਸ਼ ਲਾਉਣੇ ਪਏ ਆ। ਅਗਰ ਤੁਸੀਂ ਮੇਰੇ ਨਾਲ ਮੈਥਿਊ ਚੈਪਟਰ 27 ਵਰਸ 24 ਐਂਡ 25 ਪੇਜ 56 ਨਿਊ ਟੈਸਟਮੈਂਟ ਪੰਜਾਬੀ ਦੀ ਬਾਈਬਲ ਦੇ ਵਿੱਚ ਪੇਜ 56 ਮੈਥਿਊ ਚੈਪਟਰ 27 ਵਰਸ 24 ਐਂਡ 25 ਦੇ ਵਿੱਚ ਦੇਖੋ। ਇੱਥੇ ਇਹ ਕਹਿ ਰਹੇ ਆ ਕਿ ਚੇਲਿਆਂ ਨੂੰ ਕਹਿੰਦੇ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ ਕਿ ਅਸੀਂ ਉਸ ਨੂੰ ਕਤਲ ਕੀਤਾ। ਮੈਥਿਊ ਚੈਪਟਰ 27 ਵਰਸ 24 ਐਂਡ 25। ਜਿਸ ਵੇਲੇ ਪਿਲਾਤੂਸ ਦੇ ਕੋਲੇ ਯਿਸੂ ਨੂੰ ਲੈ ਕੇ ਗਏ ਸੀ ਤਾਂ ਪਿਲਾਤੂਸ ਨੇ ਦੇਖਿਆ ਕਿ ਇਸ ਤਰ੍ਹਾਂ ਕੁਝ ਨਹੀਂ ਹੋਣ ਵਾਲਾ, ਸਗੋਂ ਫਸਾਦ ਵੱਧਦਾ ਹੀ ਜਾਂਦਾ ਹੈ, ਤਾਂ ਉਸਨੇ ਪਾਣੀ ਲਿਆ ਅਤੇ ਭੀੜ ਦੇ ਸਾਹਮਣੇ ਇਹ ਕਹਿੰਦਿਆਂ ਹੋਇਆਂ ਆਪਣੇ ਹੱਥ ਧੋਤੇ, ਇਸ ਧਰਮੀ ਦੇ ਖੂਨ ਤੋਂ ਮੈਂ ਬਰੀ ਹਾਂ। ਇਸ ਦੇ ਖੂਨ ਦੇ ਜ਼ਿੰਮੇਦਾਰ ਤੁਸੀਂ ਹੋ। ਪਿਲਾਤੂਸ ਕਹਿ ਰਿਹਾ ਕਿ ਤੁਸੀਂ ਕਹਿ ਰਹੇ ਹੋ ਇਸ ਨੂੰ ਸਲੀਬ ਦੇਵੋ, ਇਸ ਦੇ ਖੂਨ ਦੇ ਜ਼ਿੰਮੇਦਾਰ ਕੌਣ ਹੋ? ਤੁਸੀਂ ਹੋ। ਤੇ ਲੋਕਾਂ ਨੇ ਕੀ ਉੱਤਰ ਦਿੱਤਾ? ਹਾਂ ਠੀਕ ਹੈ, ਇਸ ਦਾ ਖੂਨ ਸਾਡੇ ਅਤੇ ਸਾਡੀ ਸੰਤਾਨ ਦੇ ਸਿਰ ਹੋਵੇ। ਵੀ ਹੈਵ ਨੋ ਵਰੀਜ਼। ਅਸੀਂ ਉਹ ਦੋਸ਼ ਆਪਣੇ ਤੇ ਲੈਂਦੇ ਹਾਂ। ਤੇ ਹੁਣ ਉਹ ਡਿਸਾਈਪਲਸ ਨੂੰ ਕਹਿ ਰਹੇ ਆ ਕਿ ਤੁਸੀਂ ਸਾਡੇ ਤੇ ਦੋਸ਼ ਲਾਉਣੇ ਪਏ ਹੋ ਕਿ ਅਸੀਂ ਉਸ ਦਾ ਕਤਲ ਕੀਤਾ। ਔਰ ਪਤਰਸ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਕਿ ਪਰਮੇਸ਼ਵਰ ਦੀ ਯੋਜਨਾ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਹੋਣੀ ਸੀ ਪਾਪੀਆਂ ਦੇ ਲਈ, ਹੈ ਨਾ। ਪਰ ਅੱਗੇ ਜਾ ਕੇ ਪਤਰਸ ਉਹਨਾਂ ਨੂੰ ਇਹ ਦੱਸਦਾ ਪਿਆ ਕਿ ਵੀ ਪਰਮੇਸ਼ਵਰ ਦੀ ਜਿਹੜੀ ਯੋਜਨਾ ਹੈਗੀ ਆ ਉਹ ਕੀ ਹੈਗੀ ਆ। ਪਰਮੇਸ਼ਵਰ ਦੀ ਪਲਾਨ ਜਿਹੜੀ ਆ, ਜਦੋਂ ਤੁਸੀਂ ਪਰਮੇਸ਼ਵਰ ਦੇ ਖਿਲਾਫ ਸਿਨ ਕਰਦੇ ਆ ਤੇ ਉਹ ਕੀ ਹੈਗੀ ਆ। ਅਗਰ ਅਸੀਂ ਵਰਸ ਜਿਹੜਾ ਹੈਗਾ 29, 30, 31 ਦੇਖਦੇ ਹਾਂ, ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਨੇ ਉੱਤਰ ਦਿੱਤਾ, ਸਾਡੇ ਲਈ ਆਦਮੀਆਂ ਨਾਲੋਂ ਪਰਮੇਸ਼ਵਰ ਦੀ ਆਗਿਆ ਮੰਨਣਾ ਜ਼ਰੂਰੀ ਹੈ। ਸਾਨੂੰ ਜੋ ਪਰਮੇਸ਼ਵਰ ਨੇ ਕਿਹਾ, ਚਰਚ ਅੱਜ ਸਾਡੇ ਲਈ ਵੀ ਇਹ ਬਹੁਤ ਜ਼ਰੂਰੀ ਆ। ਜਿਸ ਵੇਲੇ ਅਸੀਂ ਕੰਪਰੋਮਾਈਜ਼ ਕਰ ਜਾਂਦੇ ਆ ਦੂਸਰਿਆਂ ਦੇ ਨਾਲ ਮਿਲ ਕੇ, ਤਾਂ ਅਸੀਂ ਜਿਹੜੀ ਪ੍ਰਭੂ ਦਾ ਹੁਕਮ ਆ ਉਹਨੂੰ ਅਸੀਂ ਡਾਊਨ ਕਰ ਦਿੰਦੇ ਆ। ਪਰ ਜਿਸ ਵੇਲੇ ਅਸੀਂ ਕਹਿੰਦੇ ਕਿ ਸਾਡੇ ਲਈ ਪਰਮੇਸ਼ਵਰ ਜਿਹੜਾ ਹੈਗਾ ਉਹਦਾ ਹੁਕਮ ਔਰ ਪਰਮੇਸ਼ਵਰ ਦੀ ਜਿਹੜੇ ਕਹੇ ਵਚਨ ਆ ਉਹ ਮੋਰ ਇੰਪੋਰਟੈਂਟ ਆ ਰੈਦਰ ਦੈਨ ਕਿ ਮੈਂ ਕੋਈ ਸਮਝੌਤਾ ਕਰਾਂ। ਔਰ ਚੇਲਿਆਂ ਨੇ ਇਹੀ ਚੀਜ਼ ਕਹੀ। ਫਿਰ ਉਹ ਕਹਿੰਦੇ ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕਰ ਦਿੱਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾ ਕੇ ਮਾਰ ਦਿੱਤਾ ਸੀ। ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਸਰਦਾਰ ਅਤੇ ਮੁਕਤੀਦਾਤਾ ਦਾ ਉੱਚਾ ਪਦ ਦਿੱਤਾ ਕਿ ਉਹ ਇਜ਼ਰਾਇਲ ਕੌਮ ਨੂੰ ਪਛਤਾਪ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫੀ ਦੇਵੇ। ਸੀ ਆ ਗਿਆ ਉਹ ਗੱਲ, ਪਾਪਾਂ ਤੋਂ ਮਾਫੀ ਤੇ ਪਛਤਾਪ। ਤੁਸੀਂ ਪਛਤਾਪ ਕਰੋ, ਤੁਸੀਂ ਪਛਤਾਪ ਕਰੋ ਕਿ ਹਾਂ ਅਸੀਂ ਉਸ ਨੂੰ ਭਲੇ ਨੂੰ ਸਲੀਬ ਦਿੱਤੀ ਹੈ, ਸਾਨੂੰ ਮਾਫ ਕਰ। ਔਰ ਪਰਮੇਸ਼ਵਰ ਜਿਹੜਾ ਉਹ ਫੇਥਫੁਲ ਆ, ਉਹ ਆਪਣੇ ਬੱਚਿਆਂ ਨੂੰ ਮਾਫ ਵੀ ਕਰਦਾ ਤੇ ਸਾਰੀ ਸ਼ੁੱਧਤਾ ਤੋਂ ਸ਼ੁੱਧ ਵੀ ਕਰਦਾ। ਫਿਰ ਉਹ 32ਵੀਂ ਆਇਤ ਵਿੱਚ ਕਹਿੰਦੇ ਇਹਨਾਂ ਗੱਲਾਂ ਦੇ ਅਸੀਂ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ, ਜਿਸ ਨੂੰ ਪਰਮੇਸ਼ਵਰ ਨੇ ਆਪਣੀ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ। ਕਹਿੰਦੇ ਵਿਟਨੈਸ, ਜਿੱਦਾਂ ਕਹਿੰਦੇ ਕਿ ਅਸੀਂ ਗਵਾਹ ਹੈਗੇ ਇਸ ਗੱਲ ਦੇ, ਪਵਿੱਤਰ ਆਤਮਾ ਵੀ ਇਸ ਚੀਜ਼ ਦੀ ਗਵਾਹੀ ਦਿੰਦਾ ਪਿਆ ਕਿ ਕੌਮਾਂ ਕਿਉਂ ਜੋਸ਼ ਵਿੱਚ ਆਈਆਂ। ਉਹ ਤਾਂ ਤੁਹਾਨੂੰ ਜੀਵਨ ਦੇਣ ਆਇਆ ਔਰ ਤੁਸੀਂ ਉਸ ਦੇ ਉੱਪਰ ਦੋਸ਼ ਲਾਉਣੇ ਪਏ ਹੋ, ਜਦ ਕਿ ਉਹ ਤੁਹਾਨੂੰ ਮਾਫ
ਕਰਨ ਵਾਲਾ ਹੈਗਾ। ਜਦੋਂ ਉਹਨਾਂ ਇਹ ਸੁਣਿਆ ਤੇ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਪ੍ਰਮੁੱਖ ਚੇਲਿਆਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ। ਤੁਹਾਨੂੰ ਯਾਦ ਹੈ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਹੀਲਿੰਗ ਕਰਦੇ ਸੀ, ਸ਼ਿਫਾ ਦਿੰਦੇ ਸੀ, ਤਾਂ ਉਹਨਾਂ ਨੇ ਸਲਾਹ ਬਣਾਈ ਸੀ ਕਿ ਇਸ ਨੂੰ ਮਾਰ ਦੇਵੋ, ਇਹ ਇਕੱਲਾ ਮਰ ਜਾਵੇ, ਬਾਕੀ ਸਾਰਾ ਕੁਝ ਠੀਕ ਹੋ ਜਾਊਗਾ। ਔਰ ਸੇਮ ਚੀਜ਼ ਥਾਟ ਜਿਹੜੀ ਆ ਚੇਲਿਆਂ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਆਈ ਕਿ ਇਹਨਾਂ ਨੂੰ ਮਾਰ ਦੇਵੋ। ਪਰ ਪਰਮੇਸ਼ਵਰ ਦੀ ਯੋਜਨਾ ਇਹ ਨਹੀਂ ਸੀ। ਯਿਸੂ ਮਸੀਹ ਲਈ ਪਰਮੇਸ਼ਵਰ ਦੀ ਯੋਜਨਾ ਸੀ ਕਿ ਉਹਨਾਂ ਦੀ ਜਾਨ ਜਿਹੜੀ ਅਦਰਵਾਈਜ਼ ਕੋਈ ਪ੍ਰਭੂ ਦੀ ਜਾਨ ਲੈ ਨਹੀਂ ਸਕਦਾ ਸੀ। ਪਰ ਇੱਥੇ ਪ੍ਰਭੂ ਦੀ ਇਹ ਪਲਾਨ ਨਹੀਂ ਸੀ ਕਿ ਚੇਲੇ ਜਿਹੜੇ ਆ ਉਹ ਖਤਮ ਹੋ ਜਾਣ ਤੇ ਇਹ ਕੰਮ ਜਿਹੜਾ ਖਤਮ ਹੋ ਜਾਵੇ, ਹਜੇ ਤਾਂ ਬਹੁਤ ਅੱਗੇ ਵਧਣਾ। ਔਰ ਫਿਰ ਪ੍ਰਭੂ ਨੇ ਕਿਹਨੂੰ ਯੂਜ਼ ਕੀਤਾ? ਗਮੇਲੀਅਲ ਨੂੰ। ਗਮੇਲੀਅਲ ਨੇ ਫਿਰ ਉਹਨਾਂ ਨੂੰ ਸਲਾਹ ਦਿੱਤੀ ਔਰ 2 ਉਹਨੇ ਐਗਜ਼ਾਮਪਲਾਂ ਦਿੱਤੀਆਂ ਕਿ ਜੇ ਇਹ ਕੰਮ ਪ੍ਰਭੂ ਵੱਲੋਂ ਹੋਊਗਾ ਤਾਂ ਇਸ ਨੂੰ ਕੋਈ ਰੋਕ ਨਹੀਂ ਸਕਦਾ, ਪਰ ਅਗਰ ਇਹ ਕੰਮ ਪ੍ਰਭੂ ਵੱਲੋਂ ਨਹੀਂ ਤਾਂ ਫਿਰ ਤੁਸੀਂ ਕੀ ਕਰੋਗੇ? ਆਪਣੇ ਆਪ ਨੂੰ ਪ੍ਰਭੂ ਦੇ ਵਿਰੁੱਧ ਲੜਦਿਆਂ ਦੇਖੋਗੇ। ਔਰ ਇਸ ਕਰਕੇ ਉਹ ਗਮੇਲੀਅਲ ਨੂੰ ਉਹਨਾਂ ਨੇ ਜਿਸ ਵੇਲੇ ਯੂਜ਼ ਕੀਤਾ ਤੇ ਫਿਰ ਉਹ ਕਹਿੰਦਾ 38ਵੀਂ ਆਇਤ ਵਿੱਚ ਉਹ ਕਹਿੰਦਾ, ਇਸ ਲਈ ਇਸ ਮਾਮਲੇ ਵਿੱਚ ਮੇਰਾ ਤੁਹਾਨੂੰ ਕਹਿਣਾ ਹੈ ਕਿ ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ, ਕਿਉਂਕਿ ਜੇਕਰ ਇਹ ਯੋਜਨਾ ਜਾਂ ਕੰਮ ਆਦਮੀਆਂ ਵੱਲੋਂ ਹੈ ਤਾਂ ਆਪੇ ਖਤਮ ਹੋ ਜਾਵੇਗਾ, ਪਰ ਜੇਕਰ ਪਰਮੇਸ਼ਵਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕੋਗੇ, ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿਰੁੱਧ ਲੜਦਿਆਂ ਦੇਖੋ। ਉਹ ਕਹਿੰਦੇ ਫਿਰ ਹੋ ਸਕਦਾ ਕਿ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਖਿਲਾਫ ਨਹੀਂ ਤੁਸੀਂ ਲੜ ਰਹੇ, ਤੁਸੀਂ ਪਰਮੇਸ਼ਵਰ ਦੇ ਖਿਲਾਫ ਲੜਦੇ ਪਾਓਗੇ ਆਪਣੇ ਆਪ ਨੂੰ। ਔਰ ਪਰਮੇਸ਼ਵਰ ਦੇ ਖਿਲਾਫ ਲੜ ਕੇ ਕੋਈ ਜੇਤੂ ਨਹੀਂ ਹੁੰਦਾਗਾ। ਸੋ ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਸੱਦਿਆ, ਮੰਨ ਲਈ ਉਸ ਦੀ ਗੱਲ, ਪਰ ਉਹਨਾਂ ਨੇ ਸੱਦਿਆ ਜਿੱਥੇ ਪਟਵਾਇਆ ਲਿਖਿਆ ਨਾ ਆਪਣੇ, ਅਗਰ ਤੁਸੀਂ ਇੰਗਲਿਸ਼ ਵਿੱਚ ਦੇਖੋਗੇ ਤਾਂ ਇੰਗਲਿਸ਼ ਵਿੱਚ ਇਹ ਆ ਕਿ ਜਿੱਦਾਂ ਆਪਣੇ ਉਹਨਾਂ ਦੇ ਨਾ ਜਿੱਦਾਂ ਆਪਣੇ ਹੰਟਰ ਨਹੀਂ ਮਾਰਦੇ ਹੁੰਦੇਗੇ, ਉਹਨਾਂ ਦਾ ਸਰੀਰ ਜਿਹੜਾ ਸੀ ਨਾ ਬਲੱਡ ਕੱਢ ਦਿੱਤਾ ਸੀਗਾ ਮਾਰ ਕੇ। ਉਹ 39 ਕੋੜੇ, ਉਹ 40 ਮਾਰ ਨਹੀਂ ਸਕਦੇ ਸੀ, 40 ਉਹ ਕੋੜੇ ਮਾਰ ਕੇ ਉਹਨਾਂ ਦੇ ਜਿੱਦਾਂ ਬੋਡੀ ਦੇ ਉੱਪਰ ਕੱਪੜੇ ਲਵਾ ਕੇ ਝੁਕਾ ਕੇ ਤੇ ਉਹਨਾਂ ਨੂੰ ਇਦਾਂ ਮਾਰਿਆ। ਪਰ ਉਹ ਮਾਰਨ ਦੇ ਬਾਵਜੂਦ ਵੀ ਫਿਰ ਉਹਨਾਂ ਨੂੰ ਫਿਰ ਹੁਕਮ ਦਿੱਤਾ ਕਿ ਯਿਸੂ ਦੇ ਨਾਮ ਤੇ ਫਿਰ ਨਾ ਬੋਲਣਾ ਤੇ ਛੱਡ ਦਿੱਤਾ। ਪਰ ਪ੍ਰਮੁੱਖ ਚੇਲੇ ਸਭਾ ਦੇ ਸਾਹਮਣੇ ਖੁਸ਼ੀ ਨਾਲ ਗਏ, ਉਹ ਮਾਰ ਖਾ ਕੇ ਖੁਸ਼ੀ ਦੇ ਨਾਲ ਗਏ ਅਤੇ ਕੀ ਉਹਨਾਂ ਨੂੰ ਇਸ ਨਾਮ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ। ਇਹ ਮਾਣ ਦੀ ਗੱਲ ਆ, ਉਹ ਕਹਿੰਦੇ ਸਾਡੇ ਲਈ ਕਿ ਸਾਨੂੰ ਯਿਸੂ ਦੇ ਨਾਮ ਦੀ ਖਾਤਰ ਮਾਰ ਪਈ ਆ। ਉਹਨਾਂ ਨੇ ਕੋਈ ਦੁੱਖ ਨਹੀਂ, ਕੋਈ ਡਰ ਨਹੀਂ, ਉਹਨਾਂ ਨੂੰ ਖੁਸ਼ੀ ਹੋਈ ਕਿ ਸਾਨੂੰ ਯਿਸੂ ਦੇ ਨਾਮ ਦੀ ਖਾਤਰ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ। ਉਹ ਹਰ ਦਿਨ ਬਿਨਾਂ ਰੁਕੇ ਮੰਦਿਰ ਵਿੱਚ, ਹਰ ਦਿਨ ਹਰ ਰੋਜ਼ ਬਿਨਾਂ ਰੁਕੇ ਮੰਦਿਰ ਵਿੱਚ ਘਰ ਘਰ ਜਾ ਕੇ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ, ਯਿਸੂ ਹੀ ਮਸੀਹ ਹੈ। ਉਹ ਕੱਲਾ ਮੁਕਤੀ ਦਾਤਾ, ਦੂਜਾ ਕੋਈ ਨਾਮ ਆਕਾਸ਼ ਦੇ ਹੇਠਾਂ ਧਰਤੀ ਦੇ ਉੱਪਰ ਨਹੀਂ ਦਿੱਤਾ। ਸੋ ਅਸੀਂ ਚੇਲਿਆਂ ਤੋਂ ਕੀ ਸਿੱਖਦੇ ਹਾਂ? ਯਿਸੂ ਮਸੀਹ ਦੇ ਨਾਮ ਦੇ ਵਿੱਚ ਦੁੱਖ ਸਹਿਣ ਦੇ ਲਈ ਪ੍ਰਭੂ ਨੇ ਕਿਹਾ ਸੀ ਇਸ ਸੰਸਾਰ ਦੇ ਵਿੱਚ ਤੁਸੀਂ ਦੁੱਖ ਪਾਓਗੇ। ਪ੍ਰਭੂ ਨੇ ਸਾਨੂੰ ਪ੍ਰੋਮਿਸ ਨਹੀਂ ਕੀਤਾ ਕਿ ਕੋਈ ਤੁਹਾਡੇ ਉੱਪਰ ਦੋਸ਼ ਨਹੀਂ ਲਾਊਗਾ। ਪ੍ਰਭੂ ਨੇ ਕਿਹਾ ਕਿ ਜੇ ਉਹਨਾਂ ਨੇ ਮੈਨੂੰ ਸਤਾਇਆ ਤੇ ਉਹ ਤੁਹਾਨੂੰ ਵੀ ਸਤਾਉਣਗੇ। ਪਰ ਤੁਸੀਂ ਦੇਖਿਆ ਚੇਲਿਆਂ ਦੇ ਨਾਲ ਪ੍ਰਭੂ ਸੀ। ਔਰ ਜਿਸ ਵੇਲੇ ਮੈਂ ਆਪਣੀ ਭੈਣ ਨੂੰ ਸਤਾਉਂਦਾ ਸੀ, ਜਿਸ ਵੇਲੇ ਹੁਣ ਜਦੋਂ ਕੋਈ ਭੈਣ ਭਰਾ ਆਉਂਦਾ, ਉਸ ਦਾ ਭਰਾ ਮੇਰੇ ਵਰਗਾ ਉਸ ਨੂੰ ਸਤਾਉਂਦਾ, ਤਾਂ ਉਸ ਦੇ ਨਾਲ ਕੌਣ ਹੁੰਦਾ? ਪ੍ਰਭੂ ਹੁੰਦਾ। ਪ੍ਰਭੂ ਦੀ ਸ਼ਾਂਤੀ ਹੁੰਦੀ ਆ ਔਰ ਉਸ ਦੇ ਰਾਹੀਂ ਪ੍ਰਭੂ ਕੰਮ ਕਰਦਾ। ਔਰ ਇਸੇ ਤਰ੍ਹਾਂ ਪ੍ਰਭੂ ਨੇ ਚੇਲਿਆਂ ਦੇ ਰਾਹੀਂ ਕੰਮ ਕੀਤਾ, ਦੁੱਖਾਂ ਦੇ ਵਿੱਚ ਦੀ ਕੰਮ ਕੀਤਾ। ਔਰ ਫਿਰ ਲੂਕਾ ਉਸ ਦਾ 6ਵਾਂ ਭਾਗ ਉਸ ਦੀ 22 ਤੋਂ 23 ਆਇਤ ਵਿੱਚ ਲਿਖਿਆ, ਧੰਨ ਹੋ ਤੁਸੀਂ, ਲੂਕ ਚੈਪਟਰ 6 ਵਰਸ 22 ਐਂਡ 23, ਧੰਨ ਹੋ ਤੁਸੀਂ ਜਿਨ੍ਹਾਂ ਨੂੰ ਮਨੁੱਖ ਦੇ ਪੁੱਤਰ ਦੇ ਕਾਰਨ ਘਿਰਣਾ ਕੀਤੀ ਜਾਂਦੀ ਹੈ। ਸਾਡਾ ਕੰਮ ਚੁੱਪ ਕਰਨਾ ਨਹੀਂ ਹੈਗਾ ਗਾ। ਸਾਡਾ ਕੰਮ ਆ ਉਹ ਨਾਮ ਜੋ ਸਾਨੂੰ ਦਿੱਤਾ ਅਸੀਂ ਦੂਜਿਆਂ ਦੇ ਨਾਲ ਸਾਂਝਾ ਕਰੀਏ। ਬੇਸ਼ੱਕ ਉਹ ਸਾਨੂੰ ਉਸ ਨਾਮ ਦੇ ਕਰਕੇ ਘਿਰਣਾ ਕਰਦੇ ਆ, ਜਿਨ੍ਹਾਂ ਨੂੰ ਸਮਾਜ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਨਿੰਦਾ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਗੁਨਾਹ ਕਰਕੇ ਛੱਡ ਦਿੱਤਾ ਜਾਂਦਾ ਹੈ। ਫਿਰ ਪ੍ਰਭੂ ਕਹਿੰਦੇ ਤੁਸੀਂ ਖੁਸ਼ ਹੋਵੋ ਅਤੇ ਉਛਲੋ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ
ਵੱਡਾ ਇਨਾਮ ਹੈ। ਖੁਸ਼ ਹੋਵੋ, ਖੁਸ਼ ਹੋਵੋ ਜਦੋਂ ਤੁਹਾਨੂੰ ਕੋਈ ਕਵੇ ਕਿ ਤੂੰ ਤਾਂ ਬਸ ਜੀ ਆਪਣਾ ਧਰਮ ਬਦਲਿਆ, ਤੂੰ ਆਹ ਕਰ ਲਿਆ, ਤੂੰ ਤਾਂ ਬਸ ਹੁਣ ਖਾਣੋ ਪੀਣੋ ਬੰਦ ਕਰ ਦਿੱਤਾ। ਤੁਸੀਂ ਕਹਿੰਦੇ ਖੁਸ਼ ਹੋਵੋ ਜਦੋਂ ਤੁਹਾਡੀ ਨਿੰਦਿਆ ਹੋਵੇ, ਜਦੋਂ ਤੁਹਾਡੇ ਉੱਪਰ ਅਤਿਆਚਾਰ ਹੋਵੇ ਤਾਂ ਤੁਸੀਂ ਖੁਸ਼ ਹੋਵੋ। ਔਰ ਇਸੇ ਤਰ੍ਹਾਂ ਪਹਿਲਾ ਪੀਟਰ ਉਸਦੀ ਚੌਥਾ ਚੈਪਟਰ ਉਹਦੀ 14 ਆਇਤ ਵਿੱਚ ਲਿਖਿਆ, ਜੇਕਰ ਮਸੀਹ ਦੇ ਨਾਮ ਕਾਰਨ ਤੁਹਾਨੂੰ ਅਪਮਾਨਿਤ ਹੋਣਾ ਪੈਂਦਾ ਹੈ। ਫਸਟ ਪੀਟਰ ਪਹਿਲਾ ਪਤਰਸ 4:14, 439 ਪੇਜ ਆ, ਪਹਿਲਾ ਪਤਰਸ 4:14। ਜੇਕਰ ਮਸੀਹ ਦੇ ਨਾਮ ਕਾਰਨ ਤੁਹਾਨੂੰ ਅਪਮਾਨਿਤ ਹੋਣਾ ਪੈਂਦਾ ਹੈ ਤਾਂ ਤੁਸੀਂ ਧੰਨ ਹੋ, ਕਿਉਂਕਿ ਇਸ ਦਾ ਅਰਥ ਇਹ ਹੈ ਕਿ ਤੁਹਾਡੇ ਨਾਲ ਪ੍ਰਤਾਪੀ ਆਤਮਾ ਅਰਥਾਤ ਪਰਮੇਸ਼ਵਰ ਦਾ ਆਤਮਾ ਹੈ। ਚੇਲਿਆਂ ਦੇ ਨਾਲ ਸੀਗਾ ਪਰਮੇਸ਼ਵਰ ਦਾ ਆਤਮਾ, ਸਾਡੇ ਨਾਲ ਪਰਮੇਸ਼ਵਰ ਦਾ ਆਤਮਾ ਹੈਗਾ। ਸਾਡਾ ਵਿਦਰੋਹ ਹੁੰਦਾ, ਕੁਛ ਲੋਕੀ ਤਾਂ ਚਾਹੁੰਦੇ ਵੀ ਨਹੀਂ ਕਿ ਇਹਨਾਂ ਨੂੰ ਬੁਲਾਓ ਨਾ, ਇਹਨਾਂ ਨੇ ਯਿਸੂ ਦੀਆਂ ਗੱਲਾਂ ਹੀ ਕਰਨੀਆਂ। ਪਰ ਯਿਸੂ ਨੇ ਸਾਨੂੰ ਚੁਣਿਆ ਹੀ ਇਸ ਲਈ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਯਿਸੂ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ, ਵਿਚਾਰਿਆਂ ਨੂੰ, ਉਹ ਧਰਮਾਂ ਦੇ ਵਿੱਚ ਗਵਾਚੇ ਹੋਏ ਆ। ਪਰ ਸਾਡੇ ਕੋਲੇ ਉਹ ਨਾਮ ਆ ਜੋ ਸਾਰਿਆਂ ਨਾਮਾਂ ਤੋਂ ਉੱਚਾ। ਔਰ ਡਰੀਏ ਨਾ ਅਸੀਂ ਪਰਸੀਕਿਊਸ਼ਨ ਤੋਂ, ਅਸੀਂ ਡਰੀਏ ਨਾ ਕਿ ਸਤਾਓ ਹੋਊਗਾ। ਸਾਨੂੰ ਪ੍ਰਭੂ ਨੇ ਕਿਹਾ ਸੀਗਾ ਕਿ ਤੁਸੀਂ ਉੱਥੇ ਜਾ ਕੇ ਕੀ ਕਹਿਣਾ, ਕੀ ਬੋਲਣਾ, ਤੁਹਾਨੂੰ ਉਸੇ ਵੇਲੇ ਪਵਿੱਤਰ ਆਤਮਾ ਦੱਸ ਦੂਗਾ। ਤੁਸੀਂ ਵਰੀ ਨਾ ਕਰੋ। ਸਾਨੂੰ ਪ੍ਰਭੂ ਨੇ ਗਵਾਹੀ ਦੇਣ ਦੇ ਲਈ ਚੁਣਿਆ। ਔਰ ਪ੍ਰਭੂ ਚਾਹੁੰਦਾ ਕਿ ਅਸੀਂ ਪ੍ਰਭੂ ਦੇ ਲਈ ਦੁੱਖ ਸਹਿਣ ਦੇ ਲਈ ਤਿਆਰ ਰਹੀਏ, ਔਰ ਅਸੀਂ ਪ੍ਰਭੂ ਦੀ ਪ੍ਰੇਜ਼ ਕਰੀਏ। ਪਰਸੀਕਿਊਸ਼ਨ ਦੇ ਦੌਰਾਨ ਅਸੀਂ ਪ੍ਰਭੂ ਨੂੰ ਧੰਨ ਕਹੀਏ ਕਿ ਪ੍ਰਭੂ ਜੀ ਤੇਰਾ ਸ਼ੁਕਰ ਆ, ਤੇਰੇ ਨਾਮ ਦੇ ਕਰਕੇ ਸਾਨੂੰ ਬੁਰਾ ਭਲਾ ਕਿਹਾ ਗਿਆ। ਕਿਉਂ? ਕਿਉਂਕਿ ਪ੍ਰਭੂ ਕਹਿੰਦਾ ਸਵਰਗ ਦੇ ਵਿੱਚ ਤੁਹਾਡੇ ਲਈ ਵੱਡਾ ਇਨਾਮ ਆ। ਖੁਦਾਵੰਦ ਤੁਹਾਨੂੰ ਯੂਜ਼ ਕਰੇ, ਖੁਦਾਵੰਦ ਤੁਹਾਨੂੰ ਕਿਸੇ ਸਤਾਓ ਤੋਂ ਨਾ ਡਰਾਵੇ। ਤੁਸੀਂ ਕਦੇ ਨਾ ਸੋਚੋ ਕਿ ਨਹੀਂ ਜੀ ਮੈਂ ਇੱਥੇ ਯਿਸੂ ਨਾਮ ਨਹੀਂ ਦੱਸਣਾ। ਇਹੀ ਨਾਮ ਦੀ ਉਹਨਾਂ ਨੂੰ ਮਨਾਹੀ ਕੀਤੀ ਗਈ ਸੀ ਕਿ ਤੁਸੀਂ ਇਹ ਨਾਮ ਨਹੀਂ ਲੈਣਾ। ਔਰ ਤੁਸੀਂ ਦੇਖੋਗੇ ਜਿੱਥੇ ਜਿੱਥੇ ਤੁਸੀਂ ਇਹ ਨਾਮ ਲਵੋਗੇ, ਉੱਥੇ ਉੱਥੇ ਚਾਨਣ ਆਊਗਾ, ਉੱਥੇ ਉੱਥੇ ਆਜ਼ਾਦੀ ਆਊਗੀ, ਉੱਥੇ ਉੱਥੇ ਪਾਪਾਂ ਤੋਂ ਮਾਫੀ ਆਊਗੀ, ਉੱਥੇ ਉੱਥੇ ਜੀਵਨ ਬਦਲਣਗੇ। ਔਰ ਖੁਦਾਵੰਦ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਕਿ ਅਸੀਂ ਉਹ ਨਾਮ ਲਈਏ ਔਰ ਜਾ ਕੇ ਲੋਕਾਂ ਨੂੰ ਦਸੀਏ। ਆਮੇਨ। ਪਿਆਰੇ ਖੁਦਾਵੰਦ, ਅਸੀਂ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਪਿਆਰੇ ਪ੍ਰਭੂ ਤੁਹਾਡੇ ਪਿਆਰੇ ਬੇਟੇ ਯਿਸੂ ਦੇ ਲਈ, ਜੋ ਸਾਡੀ ਖਾਤਰ ਧਰਤੀ ਤੇ ਆਇਆ, ਜਿਸ ਦੇ ਦੁਆਰਾ ਪ੍ਰਭੂ ਜੀ ਪੂਰੇ ਸੰਸਾਰ ਦੇ ਪਾਪਾਂ ਦੀ ਮਾਫੀ ਆ, ਜਿਸ ਦੇ ਨਾਮ ਦੇ ਵਿੱਚ ਖੁਦਾਵੰਦ ਜੀਵਨ ਬਦਲਦੇ ਪਏ ਆ, ਜਿਸ ਦੇ ਨਾਮ ਦੇ ਵਿੱਚ ਜ਼ਿੰਦਗੀਆਂ ਬਦਲਦੀਆਂ ਪਈਆਂ, ਘਰਾਂ ਦੇ ਵਿੱਚ ਸ਼ਾਂਤੀ ਆਉਂਦੀ ਪਈ ਪ੍ਰਭੂ ਜੀ, ਲੋਕਾਂ ਦਾ ਖੁਦਾਵੰਦ ਜੀਣਾ ਜਿੱਦਾਂ ਬਦਲ ਗਿਆ ਖੁਦਾਵੰਦ। ਔਰ ਪ੍ਰਭੂ ਜੀ ਮੈਂ ਤੇਰਾ ਸ਼ੁਕਰ ਕਰਦਾ, ਧੰਨਵਾਦ ਕਰਦਾ ਤੁਹਾਡੇ ਬੱਚਿਆਂ ਦੇ ਲਈ। ਔਰ ਖੁਦਾਵੰਦ ਅਸੀਂ ਦੁਆ ਕਰਦੇ ਹਾਂ ਪ੍ਰਭੂ, ਜਿਸ ਤਰ੍ਹਾਂ ਤੁਸੀਂ ਅਰਲੀ ਚਰਚ ਨੂੰ ਜ਼ੋਰ ਦੇ ਨਾਲ ਆਤਮਾ ਦੇ ਨਾਲ ਭਰ ਕੇ ਯੂਜ਼ ਕੀਤਾ ਖੁਦਾਵੰਦ, ਪ੍ਰਭੂ ਜੀ ਜਿਸ ਵੇਲੇ ਵੀ ਉਹਨਾਂ ਦੇ ਉੱਪਰ ਖੁਦਾਵੰਦ ਪਰਸੀਕਿਊਸ਼ਨ ਆਇਆ, ਉਹਨਾਂ ਨੇ ਤੇਰੇ ਅੱਗੇ ਦੁਆ ਕੀਤੀ ਕਿ ਤੂੰ ਸਾਨੂੰ ਬਲ ਦੇ, ਕਿ ਅਸੀਂ ਬਲ ਦੇ ਨਾਲ ਤੇਰੀ ਤਾਕਤ ਦੇ ਨਾਲ ਪ੍ਰਭੂ ਜੀ ਤੇਰਾ ਪ੍ਰਚਾਰ ਕਰੀਏ ਔਰ ਤੇਰੇ ਨਾਮ ਦੇ ਵਿੱਚ ਚਿੰਨ੍ਹ ਤੇ ਚਮਤਕਾਰ ਹੋਣ। ਔਰ ਖੁਦਾਵੰਦ ਤੂੰ ਉਹਨਾਂ ਦੀ ਦੁਆ ਨੂੰ ਸੁਣਿਆ ਔਰ ਪ੍ਰਭੂ ਜੀ ਚਿੰਨ੍ਹ ਤੇ ਚਮਤਕਾਰ ਹੋਏ ਔਰ ਬਹੁਤੇ ਲੋਕ ਪ੍ਰਭੂ ਜੀ ਪਾਪਾਂ ਤੋਂ ਮਾਫੀ ਪਾ ਕੇ ਗਏ। ਇਸੇ ਤਰ੍ਹਾਂ ਖੁਦਾਵੰਦ ਤੂੰ ਸਾਡੇ ਤੇ ਰਹਿਮ ਕਰ, ਸਾਨੂੰ ਜੋ ਨਾਮ ਦਿੱਤਾ ਪ੍ਰਭੂ ਜੀ, ਅਸੀਂ ਵੀ ਮੀਟਿੰਗਸ ਕਰ ਕਰਕੇ ਪ੍ਰਭੂ ਜੀ ਭੈਣਾਂ ਭਰਾਵਾਂ ਨੂੰ ਦਸੀਏ ਔਰ ਖੁਦਾਵੰਦ ਬਹੁਤਿਆਂ ਨੂੰ ਤੁਹਾਡੇ ਕੋਲੇ ਲੈ ਕੇ ਆਈਏ, ਔਰ ਅੱਗੇ ਉਹ ਬਹੁਤਿਆਂ ਨੂੰ ਤੁਹਾਡੇ ਕੋਲੇ ਲੈ ਕੇ ਆਉਣ, ਕਿ ਤੁਹਾਡੇ ਰਾਜ ਦੇ ਵਿੱਚ ਵਾਧਾ ਹੋਵੇ ਔਰ ਹਰ ਕੋਈ ਜਾਨ ਪ੍ਰਭੂ ਜੀ ਆਪਣੇ ਗੁਨਾਹਾਂ ਦੀ ਮਾਫੀ ਲੈ ਸਕੇ। ਯਿਸੂ ਮਸੀਹ ਦੇ ਮਿੱਠੇ ਅਤੇ ਪਿਆਰੇ ਨਾਮ 'ਚ ਮੰਗਦੇ ਹਾਂ, ਸਾਡੀ ਦੁਆ ਨੂੰ ਸੁਣੋ ਤੇ ਕਬੂਲ ਕਰੋ। ਆਮੀਨ, ਆਮੀਨ।